ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਿੱਧ ਗੋਸ਼ਟ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ ਇਸ ਪਾਵਨ ਬਾਣੀ ਦੀਆਂ 9 ਪੌੜੀਆਂ ਦੀ ਵਿਚਾਰ ਜਿਹੜੀ ਕਰ ਚੁੱਕੇ ਹਾਂ। ਇਸ ਤੋਂ ਅਗਲੀ 10ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਅੱਜ ਸਾਂਝੀ ਕਰਾਂਗੇ। ਸਿੱਧ ਸਵਾਲ ਕਰ ਰਹੇ ਨੇ ਔਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿ ਰਹੇ ਨੇ ਕਿ ਤੁਸੀਂ ਸਾਡੇ ਇਸ ਭੇਖ ਨੂੰ ਅਪਣਾ ਲਓ। ਦਰਸ਼ਨ ਪੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਥਾ, ਕਿ ਤੁਸੀਂ ਮੁੰਦਰਾ ਪਾਓ, ਝੋਲੀ ਲਓ, पेज नंबर दसोगे ज्ञानी जी? पेज नंबर। और 6 ਦਰਸ਼ਨਾਂ ਦੇ ਵਿੱਚੋਂ 6 ਦੇ ਵਿੱਚੋਂ ਇੱਕ ਪੰਥ ਜਿਹੜਾ ਹੈ ਉਹ ਸਾਡਾ ਹੈ। ਜੋਗੀਆਂ ਦੇ 6 ਦੇ ਵਿੱਚੋਂ 6 ਪੰਥ ਨੇ ਔਰ ਅੱਗੋਂ ਉਸ ਦੇ ਵਿੱਚੋਂ ਜੋਗੀਆਂ ਦੇ 12 ਪੰਥ ਨੇ। ਉਹਨਾਂ ਵਿੱਚੋਂ ਸਾਡਾ ਇੱਕ ਆਈ ਪੰਥ ਹੈ। ਉਸ ਆਈ ਪੰਥ ਨੂੰ ਤੁਸੀਂ ਸਵੀਕਾਰ ਕਰੋ। ਇਹ ਪੇਜ ਭੈਣ ਜੀ 939 ਹੈ। 939। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿ ਰਹੇ ਨੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਮਨ ਨੂੰ ਸਮਝਾਓਗੇ ਤਾਂ ਫਿਰ ਕਦੇ ਚੋਟ ਨਹੀਂ ਖਾਓਗੇ, ਦੁੱਖ ਨਹੀਂ ਸਹਾਰੋਗੇ। ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਨੂੰ ਸਫਲ ਕਰੋਗੇ। ਤਾਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਨੂੰ ਉੱਤਰ ਦਿੱਤਾ ਹੈ ਕਿ ਨਾਨਕ ਬੋਲੇ ਗੁਰਮੁਖ ਬੁੱਝ ਹੈ, ਜੋਗ ਜੁਗਤ ਇਵ ਪਾਈ ਹੈ। ਕਿ ਜੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਪ੍ਰਭੂ ਦੇ ਹੁਕਮ ਨੂੰ ਸਮਝਿਆ ਜਾਏ ਔਰ ਰੱਬ ਨੂੰ ਸਮਝ ਸਾਰਿਆਂ ਦੇ ਅੰਦਰ ਅਨੁਭਵ ਕੀਤਾ ਜਾਏ ਤਾਂ ਅਸਲ ਦੇ ਅੰਦਰ ਪ੍ਰਭੂ ਦੇ ਨਾਲ ਜੁੜਨ ਦੀ ਜੁਗਤੀ ਇਹ ਹੈ। ਗੁਰੂ ਜੀ ਇਹ ਸਮਝਾ ਰਹੇ ਨੇ ਕਿ ਇਹ ਤੁਹਾਡੇ ਭੇਖ ਧਾਰਨ ਕਰਨ ਦੇ ਨਾਲ ਰੱਬ ਦੇ ਨਾਲ ਮਿਲਾਪ ਦਾ ਕੋਈ ਸੰਬੰਧ ਨਹੀਂ ਹੈ, ਸਗੋਂ ਗੁਰੂ ਤੋਂ ਗਿਆਨ ਦੀ ਦਾਤ ਲੈ ਕੇ, ਗੁਰੂ ਤੋਂ ਜੀਵਨ ਜੁਗਤ ਸਿੱਖ ਕੇ ਸਰਬ ਵਿਆਪਕ ਪ੍ਰਭੂ ਪਰਮਾਤਮਾ ਨੂੰ ਸਮਝਣਾ ਕਿ ਸਾਰਿਆਂ ਦੇ ਅੰਦਰ ਇੱਕ ਹੈ, ਅਦਿਸ਼ਤਾ ਜਗਤ ਉਸ ਰੱਬ ਦਾ ਰੂਪ ਹੈ। ਇਹ ਜੁੜਨ ਦੀ ਜੁਗਤੀ ਹੈ। ਗੁਰੂ ਦੇ ਦੱਸੇ ਰਾਹ ਤੇ ਚੱਲਣਾ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਰੱਬੀ ਹੁਕਮ ਦੇ ਅੰਦਰ ਸਮਾ ਜਾਣਾ ਹੀ ਪ੍ਰਭੂ ਦੇ ਨਾਲ ਜੁੜਨ ਦੀ ਇੱਕੋ ਇੱਕ ਜੁਗਤੀ ਹੈ। ਤਾਂ ਹੁਣ ਅੱਗੇ ਗੁਰਦੇਵ ਪਾਤਸ਼ਾਹ ਜੀ ਸਮਝਾ ਰਹੇ ਨੇ, ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋਮੇ ਮਮਤਾ ਦੂਰ ਕਰੀ। ਇਸ ਨੂੰ ਮੁਦਰਾ ਲਿਖਿਆ ਹੈ, ਮੁੰਦਰਾ ਪੜਨਾ ਹੈ। ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋਮੇ ਮਮਤਾ ਦੂਰ ਕਰੀ। ਕਿਉਂਕਿ ਜੋਗੀ ਮੁੰਦਰਾ ਪਾਉਂਦੇ ਨੇ ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਹਨ ਕਿ ਜੋ ਅੰਦਰ ਗੁਰੂ ਦਾ ਸ਼ਬਦ ਵਸਾਣਾ ਹੈ ਨਾ, ਮਨ ਵਿੱਚ ਸਤਿਗੁਰੂ ਦੇ ਸ਼ਬਦ ਨੂੰ, ਨਿਰੰਤਰ ਦਾ ਮਤਲਬ ਲਗਾਤਾਰ, ਇੱਕ ਰਸ, ਇਹ ਕੰਨਾਂ ਦੇ ਵਿੱਚ ਮੁੰਦਰਾ ਪਾਣੀਆਂ ਨੇ। ਕਿ ਸਾਨੂੰ ਕੰਨਾਂ ਵਿੱਚ ਮੁੰਦਰਾ ਪਾਉਣ ਦੀ ਜ਼ਰੂਰਤ ਨਹੀਂ ਹੈ, ਸਗੋਂ ਜੋ ਗੁਰੂ ਦਾ ਸ਼ਬਦ ਹੈ, ਗੁਰੂ ਦਾ ਜੋ ਗਿਆਨ ਹੈ, ਉਸ ਨੂੰ ਆਪਣੇ ਅੰਦਰ ਲਗਾਤਾਰ ਵਸਾਣਾ ਹੈ। ਉਸ ਨੂੰ ਆਪਣੇ ਅੰਦਰ ਲਗਾਤਾਰ ਵਸਾਣਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ, ਇਹੀ ਕੰਨਾਂ ਦੀਆਂ ਮੁੰਦਰਾਂ ਨੇ। ਕਿਉਂਕਿ ਨਿਰੀਆਂ ਮੁੰਦਰਾਂ ਪਾਉਣ ਦੇ ਨਾਲ ਕਦੇ ਵੀ ਰੱਬ ਦੇ ਮਿਲਾਪ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਕੰਨਾਂ ਦੇ ਵਿੱਚ ਮੁੰਦਰਾਂ ਪਾਉਣ ਦੇ ਨਾਲ ਕਦੇ ਨਾ ਤਾਂ ਸਮਾਜ ਦਾ ਹੀ ਵਿਕਾਸ ਹੋ ਸਕਦਾ ਹੈ, ਨਾ ਮਨੁੱਖ ਨੂੰ ਆਤਮਿਕ ਜੀਵਨ ਮਿਲ ਸਕਦਾ ਹੈ, ਨਾ ਹੀ ਇਹਦੇ ਨਾਲ ਇਨਸਾਨੀਅਤ ਆ ਸਕਦੀ ਹੈ, ਔਰ ਨਾ ਹੀ ਨਿਰੀਆਂ ਮੁੰਦਰਾਂ ਪਾਉਣ ਦੇ ਨਾਲ ਜੀਵਨ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ। ਜੇ ਕੱਲੀਆਂ ਮੁੰਦਰਾਂ ਪਾਉਣ ਦੇ ਨਾਲ ਤਬਦੀਲੀ ਆਉਂਦੀ ਹੋਵੇ, ਵਿਕਾਸ ਹੁੰਦਾ ਹੋਵੇ, ਆਤਮਿਕ ਜੀਵਨ ਮਿਲਦਾ ਹੋਵੇ ਤਾਂ ਫਿਰ ਤਾਂ ਇਹ ਬਹੁਤ ਸੌਖਾ ਹੈ। ਕੰਨਾਂ ਦੇ ਵਿੱਚ ਮੁੰਦਰਾਂ ਪਾਣੀਆਂ ਫਿਰ ਤਾਂ ਬਹੁਤ ਹੀ ਸੌਖਾ ਹੈ। ਜੇ ਅਸੀਂ ਭੈਣਾਂ ਵੱਲ ਵੇਖੀਏ, ਇੱਕ ਝਾਤ ਮਾਰੀਏ ਤਾਂ 99% ਬੀਬੀਆਂ ਭੈਣਾਂ ਨੇ ਕੰਨ ਕਰੀਬ ਬਣਾਏ ਹੁੰਦੇ ਨੇ, ਤਾਂ ਫਿਰ ਉਹਨਾਂ ਨੂੰ ਤਾਂ ਸਾਰਿਆਂ ਨੂੰ ਰੱਬ ਮਿਲ ਜਾਏ। ਤਾਂ ਕੰਨਾਂ ਦੇ ਵਿੱਚ ਮੁੰਦਰਾਂ ਪਾਉਣ ਦੇ ਨਾਲ ਰੱਬ ਦੇ ਮਿਲਾਪ ਦਾ ਜਾਂ ਧਰਮ ਦਾ ਕੋਈ ਸੰਬੰਧ ਨਹੀਂ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ, ਇਹ ਭੇਖ ਦਾ ਕੋਈ ਲਾਭ ਨਹੀਂ, ਸਗੋਂ ਅੰਤਰ ਦਾ ਮਤਲਬ ਆਪਣੇ ਅੰਦਰ, ਸੋਚ ਦੇ ਅੰਦਰ। ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਨਿਰੰਤਰ ਦਾ ਮਤਲਬ ਲਗਾਤਾਰ, ਲਗਾਤਾਰ, ਕੰਟੀਨਿਊ, ਇੱਕ ਰਸ, ਗੁਰੂ ਸ਼ਬਦ ਨੂੰ ਅੰਦਰ ਵਸਾਣਾ, ਗੁਰੂ ਦੇ ਉਪਦੇਸ਼ ਨੂੰ ਅੰਦਰ ਵਸਾਣਾ। ਤੇ ਗੁਰੂ ਸ਼ਬਦ ਦਾ ਮਤਲਬ ਕੋਈ ਇੱਕ ਸ਼ਬਦ ਨਹੀਂ ਹੈ,
ਗੁਰੂ ਸ਼ਬਦ ਦਾ ਮਤਲਬ ਹੈ ਉਪਦੇਸ਼। ਜਿਵੇਂ ਆਪਾਂ ਰੋਜ਼ ਵਿਚਾਰ ਕਰਦੇ ਹਾਂ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਕ, ਪਰਿਵਾਰਕ, ਵਿਵਹਾਰਕ ਤੌਰ ਤੇ ਅਸੀਂ ਕਿਵੇਂ ਜ਼ਿੰਦਗੀ ਜੀਣੀ ਹੈ, ਇਹ ਪੂਰੇ ਦਾ ਪੂਰਾ ਉਪਦੇਸ਼ ਬੰਦੇ ਦੇ ਅੰਦਰ ਵਸਿਆ ਹੋਵੇ ਔਰ ਐਸੀ ਜ਼ਿੰਦਗੀ ਜੀਂਦਾ ਹੋਵੇ, ਇਹ ਕੰਨਾਂ ਦੀਆਂ ਮੁੰਦਰਾਂ ਨੇ। ਤੇ ਇਹਦੇ ਨਾਲ ਕੀ ਹੋਏਗਾ? ਹਉਮੈ ਮਮਤਾ ਦੂਰ ਕਰੀ। ਇਸ ਤਰ੍ਹਾਂ ਬੰਦਾ ਆਪਣੀ ਜ਼ਿੰਦਗੀ ਚੋਂ ਹਉਮੈ ਔਰ ਮਮਤਾ ਨੂੰ ਦੂਰ ਕਰ ਲੈਂਦਾ ਹੈ। ਹਉਮੈ ਬਾਰੇ ਅਸੀਂ ਪਹਿਲਾਂ ਸਮਝ ਚੁੱਕੇ ਹਾਂ ਕਿ ਹਉਮੈ ਦੇ ਦੋ ਵਿਗੜੇ ਹੋਏ ਰੂਪ ਨੇ, ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ। ਜਿਹੜਾ ਬੰਦਾ ਗੁਰੂ ਸ਼ਬਦ ਅਨੁਸਾਰ ਜ਼ਿੰਦਗੀ ਜੀਂਦਾ ਹੈ, ਨਾ ਤਾਂ ਉਹਦੇ ਅੰਦਰ ਹੀਨ ਭਾਵਨਾ ਹੁੰਦੀ ਹੈ ਕਿ ਮੈਂ ਕੁਝ ਵੀ ਨਹੀਂ ਕਰ ਸਕਦਾ, ਤੇ ਨਾ ਹੀ ਉਹਦੇ ਅੰਦਰ ਇਹ ਭਾਵਨਾ ਹੁੰਦੀ ਹੈ ਕਿ ਮੈਂ ਹੀ ਸਭ ਕੁਝ ਕਰ ਸਕਦਾ ਹਾਂ। ਉਹਦੇ ਅੰਦਰ ਇੱਕ ਭਾਵਨਾ ਹੁੰਦੀ ਹੈ ਸਵਾਭਿਮਾਨ ਦੀ। ਉਹ ਸਾਰੇ ਇਨਸਾਨਾਂ ਨੂੰ ਆਪਣੇ ਵਰਗਾ ਸਮਝਦਾ ਹੈ, ਆਪਣੇ ਆਪ ਨੂੰ ਸਾਰੇ ਇਨਸਾਨਾਂ ਵਰਗਾ ਇਨਸਾਨ ਸਮਝਦਾ ਹੈ ਔਰ ਉਹ ਇਨਸਾਨੀਅਤ ਵਾਲੀ ਜ਼ਿੰਦਗੀ ਬਤੀਤ ਕਰਦਾ ਹੈ। ਉਹਦੇ ਅੰਦਰ ਸਵਾਭਿਮਾਨ ਹੁੰਦਾ ਹੈ। ਉਹ ਪ੍ਰਭੂ ਦੇ ਨਾਲੋਂ ਆਪਣੇ ਆਪ ਨੂੰ ਵੱਖਰਾ ਮਹਿਸੂਸ ਨਹੀਂ ਕਰਦਾ। ਉਹ ਆਪਣੇ ਆਪ ਨੂੰ ਉਸ ਰੱਬ ਦਾ ਹੀ ਇੱਕ ਅੰਗ ਜਾਣਦਾ ਹੈ। ਦੂਜੀ ਹੈ ਮਮਤਾ। ਮਮਤਾ ਦਾ ਮਤਲਬ ਸਵਾਰਥ ਲਾ ਲਓ, ਸੈਲਫਿਸ਼ਨੈਸ। ਇਹ ਜਿਹੜੀ ਪਕੜ ਹੈ, ਇਹ ਬੰਦੇ ਨੂੰ ਬੰਧਨਾਂ ਦੇ ਵਿੱਚ ਬੰਧਾਉਂਦੀ ਹੈ। ਗੁਰਬਾਣੀ ਦੇ ਅੰਦਰ ਇਸ ਪਕੜ ਵਾਸਤੇ ਦੋ ਬੜੇ ਸੁੰਦਰ ਮਿਸਾਲਾਂ ਦੇ ਨਾਲ ਸਾਨੂੰ ਸਮਝਾਇਆ ਹੈ। ਇੱਕ ਤੋਤੇ ਦੀ ਮਿਸਾਲ ਔਰ ਇੱਕ ਬਾਂਦਰ ਦੀ ਮਿਸਾਲ। ਜਿਵੇਂ ਤੁਸੀਂ ਇਹ ਤੇ ਆਮ ਸੁਣਿਆ ਹੈ, ਇਸ ਕਰਕੇ ਮੈਂ ਜ਼ਿਆਦਾ ਟਾਈਮ ਇੱਥੇ ਨਾ ਲਵਾਂ। ਕੁੱਜੀ ਦੇ ਅੰਦਰ ਦਾਣੇ ਪਾਏ ਨੇ, ਕੁੱਜੀ ਦਾ ਮੂੰਹ ਸੌੜਾ ਹੈ, ਕੁੱਜੀ ਜ਼ਮੀਨ ਵਿੱਚ ਦੱਬੀ ਹੋਈ ਹੈ। ਬਾਂਦਰ ਉਹਦੇ ਵਿੱਚ ਹੱਥ ਪਾਉਂਦਾ ਹੈ, ਹੱਥ ਆਰਾਮ ਨਾਲ ਚਲਾ ਜਾਂਦਾ ਹੈ। ਪਰ ਜਦੋਂ ਕੁੱਜੀ ਦੇ ਵਿੱਚੋਂ ਮੁੱਠ ਬੰਦ ਕਰ ਲੈਂਦਾ, ਦਾਣੇ ਭਰ ਕੇ ਬਾਹਰ ਕੱਢਦਾ, ਹੁਣ ਹੱਥ ਬਾਹਰ ਨਹੀਂ ਨਿਕਲਦਾ। ਤੇ ਬਾਂਦਰ ਸਮਝਦਾ ਹੈ ਮੇਰਾ ਹੱਥ ਕੁੱਜੀ ਵਿੱਚ ਫਸ ਗਿਆ, ਖਿੱਚਣ ਦਾ ਯਤਨ ਕਰਦਾ, ਦਾਣੇ ਨਹੀਂ ਛੱਡਦਾ। ਹੁਣ ਇਹ ਬੰਧਨ ਨਹੀਂ ਹੈ, ਉਹ ਸਮਝਦਾ ਬੰਧਨ ਪੈ ਗਿਆ। ਇਹ ਬੰਧਨ ਕਾਹਦੇ ਕਰਕੇ ਪਿਆ ਹੈ? ਪਕੜ ਕਰਕੇ। ਕਿਉਂਕਿ ਉਹਨੇ ਪਕੜੇ ਹੋਏ ਨੇ ਨਾ ਦਾਣੇ, ਪਕੜ। ਜੇ ਉਹਨਾਂ ਦਾਣਿਆਂ ਨੂੰ ਛੱਡ ਦੇਵੇ ਤੇ ਹੱਥ ਬਾਹਰ ਆ ਸਕਦਾ। ਤਾਂ ਇਸ ਪਕੜ ਦੇ ਕਾਰਨ ਉਹ ਬਾਂਦਰ ਬੰਧਨ ਵਿੱਚ ਪੈ ਜਾਂਦਾ ਹੈ। ਕਲੰਦਰ ਉਹਨੂੰ ਫੜ ਲੈਂਦਾ ਹੈ। ਫਿਰ ਸਾਰੇ ਜੀਵਨ ਕਾਲ ਦੇ ਅੰਦਰ ਉਹ ਬਾਂਦਰ ਘਰਾਂ ਘਰਾਂ ਦੇ ਅੱਗੇ ਨੱਚਦਾ ਫਿਰਦਾ ਹੈ। ਇਸੇ ਤਰ੍ਹਾਂ ਤੋਤਾ ਹੈ। ਤੋਤੇ ਨੂੰ ਫੜਨ ਵਾਸਤੇ ਵੀ ਇੱਕ ਜੰਤਰ ਬਣਾਇਆ ਜਾਂਦਾ ਹੈ। ਇੱਕ ਬਰਤਨ ਥੱਲੇ ਪਾਣੀ ਰੱਖ ਕੇ, ਬਰਤਨ ਵਿੱਚ ਪਾਣੀ ਰੱਖ ਕੇ, ਦੋ ਡੰਡੀਆਂ ਇਸ ਤਰ੍ਹਾਂ ਗੱਡ ਕੇ, ਇੱਕ ਨਲਕੀ ਦੇ ਵਿੱਚ ਰੱਸੀ ਪਾ ਕੇ ਉਹਨਾਂ ਡੰਡੀਆਂ ਤੇ ਬੰਨ੍ਹ ਦਿੱਤੀ ਜਾਂਦੀ ਹੈ ਤੇ ਇਹਨੂੰ ਪਾਣੀ ਦੇ ਉੱਤੇ ਤਾਣ ਦਿੱਤਾ ਜਾਂਦਾ ਹੈ, ਨਾਲ ਦਾਣੇ ਖਿਲਾਰ ਦਿੱਤੇ। ਹੁਣ ਤੋਤਾ ਆਣ ਕੇ ਇਸ ਨਾਲੀ ਦੇ ਉੱਤੇ ਬਹਿੰਦਾ ਹੈ ਤੇ ਜਦੋਂ ਇਸ ਦੇ ਉੱਤੇ ਬਹਿੰਦਾ ਹੈ, ਨਲਕੀ ਘੁੰਮ ਜਾਂਦੀ ਹੈ ਭਾਰ ਦੇ ਨਾਲ, ਤੋਤਾ ਉਲਟਾ ਲਟਕ ਜਾਂਦਾ ਹੈ। ਜਦੋਂ ਥੱਲੇ ਵੱਲ ਦੇਖਦਾ ਪਾਣੀ ਦਾ ਭਰਿਆ ਬਰਤਨ, ਤੇ ਸਮਝਦਾ ਹੈ ਕਿ ਜੇ ਮੈਂ ਇਸ ਨਲਕੀ ਨੂੰ ਛੱਡਿਆ ਤੇ ਮੈਂ ਇਸ ਪਾਣੀ ਵਿੱਚ ਡਿੱਗ ਕੇ ਡੁੱਬ ਕੇ ਮਰਾਂਗਾ। ਹੁਣ ਉਸ ਨਲਕੀ ਨੂੰ ਛੱਡਦਾ ਨਹੀਂ। ਹਾਲਾਂਕਿ ਜੇ ਖੰਭਾਂ ਨੂੰ ਹਿਲਾਏ ਤੇ ਉੱਡ ਸਕਦਾ ਹੈ ਤੋਤਾ, ਪਰ ਉਹ ਖੰਭ ਨਹੀਂ ਹਿਲਾਉਂਦਾ, ਉੱਡਦਾ ਨਹੀਂ। ਡਰਦਾ ਹੈ ਕਿ ਨਲਕੀ ਨੂੰ ਮੈਂ ਛੱਡਾਂਗਾ ਤਾਂ ਮੈਂ ਡੁੱਬ ਜਾਵਾਂਗਾ। ਇੰਨੇ ਚਿਰ ਨੂੰ ਤੋਤਾ ਫੜਨ ਵਾਲਾ ਹੈ। ਹੁਣ ਪਕੜ ਹੈ ਨਾ ਨਲਕੀ ਦੀ, ਨਲਕੀ ਦੀ ਪਕੜ ਹੈ, ਤਾਂ ਕਰਕੇ ਉਹ ਤੋਤਾ ਬੰਧਨ ਦੇ ਵਿੱਚ ਪੈ ਗਿਆ। ਇਸੇ ਤਰ੍ਹਾਂ ਜੋ ਸਵਾਰਥ ਹੈ ਨਾ, ਸਵਾਰਥ ਸਾਡੀ ਜ਼ਿੰਦਗੀ ਵਿੱਚ ਇਹ ਇੱਕ ਪਕੜ ਹੈ ਤੇ ਇਸ ਪਕੜ ਕਰਕੇ ਬੰਦਾ ਬੰਧਨਾਂ ਦੇ ਵਿੱਚ ਪੈ ਜਾਂਦਾ ਹੈ। ਕਿਵੇਂ? ਆਪਣੇ ਘਰ ਨੂੰ ਵਸਾਉਣ ਵਾਸਤੇ ਸਵਾਰਥ ਹੈ ਨਾ, ਕਿ ਮੇਰਾ ਘਰ ਦੂਜਿਆਂ ਨਾਲੋਂ ਜ਼ਿਆਦਾ ਵਸੇ, ਤਾਂ ਇਹ ਕਈ ਵਾਰ ਇਸ ਪਕੜ ਕਰਕੇ ਲੋਕਾਂ ਦੇ ਘਰਾਂ ਨੂੰ ਉਜਾੜ ਦਿੰਦਾ ਹੈ। ਆਪਣੇ ਸੁੱਖ ਵਾਸਤੇ, ਆਪਣੇ ਸੁੱਖ ਦੀ ਪਕੜ ਕਰਕੇ, ਸਵਾਰਥ ਕਰਕੇ ਕਈ ਵਾਰ ਇਹ ਬੰਦਾ ਦੂਜਿਆਂ ਨੂੰ ਦੁੱਖ ਦਿੰਦਾ ਹੈ। ਆਪਣੇ ਹਾਸਿਆਂ ਵਾਸਤੇ ਕਈ ਵਾਰ ਇਹ ਬੰਦਾ ਦੂਜਿਆਂ ਨੂੰ ਰੋਣਿਆਂ ਔਰ ਕੀਰਨਿਆਂ ਦੇ ਸਾਗਰ ਵਿੱਚ ਧੱਕਾ ਦੇ ਦਿੰਦਾ ਹੈ। ਇਹ ਬਹੁਤ ਦੁਖਦਾਈ ਹੈ ਸਵਾਰਥ ਮਨੁੱਖ ਦੀ ਜ਼ਿੰਦਗੀ ਵਿੱਚ। ਤੇ ਹਉਮੈ ਆਪ ਸਮਝ ਗਏ, ਇਨਫੀਰੀਓਰਿਟੀ ਕੰਪਲੈਕਸ, ਸੁਪਰੀਓਰਿਟੀ ਕੰਪਲੈਕਸ, ਇਹ ਬਹੁਤ ਵੱਡੇ ਵਿਕਾਰ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਐ ਜੋਗੀਓ, ਜਦੋਂ ਬੰਦਾ ਗੁਰੂ ਦੇ ਸ਼ਬਦ ਨੂੰ ਅੰਦਰ ਵਸਾਉਂਦਾ ਨਾ, ਅਸਲ ਦੇ ਅੰਦਰ ਇਹ ਮੁੰਦਰਾ ਨੇ,
गुरु के उपदेश नूं, ज्ञान नूं अंदर वसाना, गुरु ज्ञान मुताबिक जिंदगी जीनी और गुरु ज्ञान के चानने के अंदर होमे और ममता नूं दूर कर लेना, ये धर्म का मार्ग है, ये प्रभु दे नाल मिलाप का मार्ग है। ते ਇਹਦੇ ਵਾਸਤੇ ਸਾਨੂੰ ਕੰਨਾਂ 'ਚ ਮੁੰਦਰਾਂ ਪਾਉਣ ਦੀ ਲੋੜ ਨਹੀਂ, ਇਹਨਾਂ ਕੰਮਾਂ ਵਾਸਤੇ ਸਾਨੂੰ ਘਰ ਛੱਡਣ ਦੀ ਲੋੜ ਨਹੀਂ, ਗ੍ਰਸਤੀ ਛੱਡਣ ਦੀ ਲੋੜ ਨਹੀਂ, ਪਰਬਤਾਂ ਤੇ ਜਾਣ ਦੀ ਲੋੜ ਨਹੀਂ, ਭੌਰਿਆਂ ਵਿੱਚ ਵੜਨ ਦੀ ਲੋੜ ਨਹੀਂ, ਪਹਾੜਾਂ ਤੇ ਚੜਨ ਦੀ ਜ਼ਰੂਰਤ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ। ਸਿੱਧੀ ਸਿੰਪਲ ਗੱਲ ਹੈ ਕਿ ਅਸੀਂ ਗੁਰੂ ਗਿਆਨ ਮੁਤਾਬਕ ਇਹਨਾਂ ਅਵਗੁਣਾਂ ਨੂੰ ਦੂਰ ਕਰਨਾ ਹੈ ਔਰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ। ਕਾਮ ਕ੍ਰੋਧ ਅਹੰਕਾਰ ਨਿਵਾਰੈ, ਉਹ ਬੰਦਾ ਕਾਮ ਕ੍ਰੋਧ ਔਰ ਅਹੰਕਾਰ ਨੂੰ ਨਿਵਾਰੇ ਦਾ ਮਤਲਬ ਦੂਰ ਕਰ ਲੈਂਦਾ ਹੈ। ਇਹ ਚੀਜ਼ਾਂ ਅਸੀਂ ਪਹਿਲਾਂ ਸਮਝ ਚੁੱਕੇ ਹਾਂ ਕਿ ਕਿਵੇਂ ਬੰਦਾ ਜੋ ਕਾਮ ਦੇ ਅੰਦਰ ਜਕੜਿਆ ਹੋਇਆ ਹੈ ਉਹ ਕਿਸੇ ਧੀ ਭੈਣ ਦੀ ਇੱਜ਼ਤ ਨਹੀਂ ਕਰੇਗਾ, ਉਹ ਆਚਰਣਹੀਨ ਹੋਵੇਗਾ। ਲੇਕਿਨ ਜਿਸ ਬੰਦੇ ਨੇ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ ਉਹਦੇ ਅੰਦਰ ਇਹ ਬਿਰਤੀ ਨਹੀਂ ਹੋਏਗੀ, ਸਗੋਂ ਉਹਦੇ ਅੰਦਰ ਲੱਜਾ, ਹਯਾ ਔਰ ਸ਼ਰਮ ਹੋਏਗੀ। ਉਹ ਆਪਣੀ ਸੋਚ ਨੂੰ ਕਨਵਰਟ ਕਰੇਗਾ। ਨਿਵਾਰਨ ਦਾ ਮਤਲਬ ਇਹੀ ਹੈ ਕਿ ਇਸ ਵਿਕਾਰ ਨੂੰ ਦੂਰ ਕਰਕੇ ਆਪਣੇ ਅੰਦਰ ਲੱਜਾ, ਹਯਾ ਔਰ ਸ਼ਰਮ ਪੈਦਾ ਕਰੇਗਾ। ਕ੍ਰੋਧ ਇੱਕ ਜਜ਼ਬਾ ਹੈ। ਜਦੋਂ ਕੋਈ ਸਾਡੇ ਵਿਰੋਧ ਵਿੱਚ ਬੋਲਦਾ ਹੈ ਜਾਂ ਵਿਰੋਧ ਦੇ ਵਿੱਚ ਕੁਛ ਕਰਦਾ ਹੈ, ਕਿਸੇ ਸਾਡੇ ਵਿਚਾਰ ਦਾ ਜਾਂ ਕਰਮ ਦਾ ਜਦੋਂ ਕੋਈ ਵਿਰੋਧ ਕਰਦਾ ਹੈ ਤਾਂ ਸਾਨੂੰ ਕ੍ਰੋਧ ਆਉਂਦਾ ਹੈ। ਜੋ ਸਾਡੀ ਪ੍ਰਤੀਕਿਰਿਆ ਹੁੰਦੀ ਹੈ ਉਹ ਕ੍ਰੋਧ ਵਾਲੀ ਹੁੰਦੀ ਹੈ, ਸਾਨੂੰ ਗੁੱਸਾ ਚੜਦਾ ਹੈ ਤੇ ਉਸ ਕ੍ਰੋਧ ਕਰਕੇ ਬੰਦਾ ਆਪਣਾ ਕਿੰਨਾ ਨੁਕਸਾਨ ਕਰ ਲੈਂਦਾ ਹੈ। ਕ੍ਰੋਧ ਦੇ ਕਾਰਨ ਕਿੰਨੇ ਆਪਣੇ ਰਿਸ਼ਤੇ ਇਸ ਬੰਦੇ ਨੇ ਗਵਾ ਲਏ ਨੇ, ਮਿੱਤਰਤਾ ਵਿੱਚ ਦਰਾਰਾਂ ਪਾ ਲਈਆਂ ਨੇ। ਔਰ ਕ੍ਰੋਧ ਦਾ ਜਿਹੜਾ ਇਹਦੇ ਉੱਤੇ ਅਸਰ ਹੁੰਦਾ ਹੈ, ਇੱਕ ਤਾਂ ਇਮੋਸ਼ਨਲੀ ਹੁੰਦਾ ਹੈ। ਇਮੋਸ਼ਨਲੀ ਅਸਰ ਤਾਂ ਇਸ ਤੇ ਹੋਏਗਾ ਕਿ ਇਹ ਭੜਕੇਗਾ, ਔਰ ਫਿਜ਼ੀਕਲੀ ਜੋ ਅਸਰ ਇਹਦੇ ਉੱਤੇ ਹੋਏਗਾ, ਕਈ ਵਾਰ ਕ੍ਰੋਧ ਦੇ ਕਾਰਨ BP ਵੀ ਹਾਈ ਹੋ ਜਾਂਦਾ ਹੈ ਔਰ ਸਿਰ ਦਰਦ ਵਗੈਰਾ ਹੋ ਜਾਂਦਾ ਹੈ, ਮਾਈਗ੍ਰੇਨ ਹੋ ਸਕਦੀ ਹੈ, ਹੋਰ ਵੀ ਕੋਈ ਰੋਗ ਲੱਗ ਸਕਦਾ ਹੈ। ਇਸ ਤਰ੍ਹਾਂ ਬੰਦਾ ਰੋਗੀ ਹੋ ਜਾਂਦਾ ਹੈ। ਕਾਮ ਔਰ ਕ੍ਰੋਧ ਬੰਦੇ ਦੇ ਅੰਦਰ ਰੋਗ ਪੈਦਾ ਕਰਦੇ ਨੇ, ਇਮੋਸ਼ਨਲੀ ਵੀ ਔਰ ਫਿਜ਼ੀਕਲੀ ਵੀ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਟਾਲੈ। ਤਾਂ ਜਦੋਂ ਬੰਦਾ ਗੁਰੂ ਸ਼ਬਦ ਰਾਹੀਂ ਜ਼ਿੰਦਗੀ ਜੀਂਦਾ ਨਾ, ਉਦੋਂ ਇਹ ਕ੍ਰੋਧ ਨੂੰ ਦੂਰ ਕਰ ਲੈਂਦਾ ਹੈ। ਇਹਦੇ ਅੰਦਰ ਵੀਰ ਰਸ ਪੈਦਾ ਹੋ ਜਾਂਦਾ ਹੈ, ਜੋਸ਼ ਦੇ ਅੰਦਰ ਹੋਸ਼ ਹੁੰਦੀ ਹੈ। ਫਿਰ ਇਹ ਲੜਦਾ ਤੇ ਹੈ, ਲੇਕਿਨ ਹਿਊਮਨ ਰਾਈਟਸ ਵਾਸਤੇ ਲੜਦਾ ਹੈ। ਐਵੇਂ ਹੀ ਨਹੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਖਹਿ ਕੇ ਮਰਦਾ ਰਹਿੰਦਾ। ਇਹਦਾ ਕੋਈ ਉੱਚਾ ਆਚਰਨ ਔਰ ਉੱਚਾ ਆਦਰਸ਼ ਹੁੰਦਾ ਹੈ। ਕ੍ਰੋਧ ਵਾਸਤੇ ਗੁਰੂ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ ਬਾਣੀ ਵਿੱਚ। ਕਾਮ ਕ੍ਰੋਧ ਕਰੋ ਵਸੋਲੇ, ਗੋਡੋ ਧਰਤੀ ਪਾਈ। ਕਿ ਜਿਵੇਂ ਕਿਸਾਨ ਬੰਦੇ ਕੋਲ ਵਸੋਲੇ ਹੁੰਦੇ ਨੇ ਨਾ, ਕਈ ਇਲਾਕਿਆਂ ਵਿੱਚ ਕਸੋਲੇ ਕਹਿ ਦਿੰਦੇ ਨੇ, ਕਈਆਂ ਵਿੱਚ ਵਸੋਲੇ ਕਹਿ ਦਿੰਦੇ ਨੇ। ਇੱਕ ਰੰਬੇ ਵਰਗਾ, ਕਈ ਵਰਗਾ ਨਿੱਕਾ ਜਿਹਾ ਜੰਤਰ ਹੁੰਦਾ ਜਿਹਦੇ ਪਿੱਛੇ ਲੰਮਾ ਦਸਤਾ ਪਾਇਆ ਹੁੰਦਾ, ਜਿਹਦੇ ਨਾਲ ਮਕਈ ਵਗੈਰਾ ਗੋਡੀ ਜਾਂਦੀ ਹੈ, ਕਣਕ ਲੋਕ ਗੋਡਦੇ ਹੁੰਦੇ ਸੀ। ਉਹਨਾਂ ਵਸੋਲਿਆਂ ਦੇ ਨਾਲ ਕਿਸਾਨ ਜਿਹੜਾ ਹੈ ਨਦੀਨ ਨੂੰ ਤੇ ਪੁੱਟੀ ਜਾਂਦਾ ਹੈ, ਲੇਕਿਨ ਜਿਹੜੀ ਫਸਲ ਹੈ ਉਹਨੂੰ ਬਚਾ ਲੈਂਦਾ ਹੈ। ਜੇ ਕਿਤੇ ਫਸਲ ਦੀ ਜੜ ਨੂੰ ਵਸੋਲਾ ਲੱਗ ਜਾਏ ਤਾਂ ਉੱਥੇ ਉਹ ਪੁੱਠਾ ਵਸੋਲਾ ਮਾਰ ਕੇ ਤੇ ਮਿੱਟੀ ਪਾ ਕੇ ਉਹਨੂੰ ਦਬਾਉਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਪ੍ਰੇਮ ਔਰ ਕ੍ਰੋਧ ਨੂੰ ਵਸੋਲੇ ਬਣਾ। ਜਿਹੜੇ ਸ਼ੁਭ ਗੁਣ ਨੇ ਉਹਨਾਂ ਦੇ ਨਾਲ ਪਿਆਰ ਕਰ, ਸੱਚ ਨਾਲ, ਦਇਆ ਨਾਲ, ਧਰਮ ਨਾਲ। ਤੇ ਜਿਹੜੇ ਆ ਵਿਕਾਰ ਨੇ, ਈਰਖਾ, ਦੁਵੇਸ਼ ਹੈ, ਵੈਰ ਵਿਰੋਧ ਹੈ, ਇਹਦੇ ਵਾਸਤੇ ਕ੍ਰੋਧ ਨੂੰ ਵਰਤ ਕੇ ਤੇ ਇਹਨਾਂ ਗੁਣਾਂ ਨੂੰ ਪੁੱਟ ਕੇ ਬਾਹਰ ਸੁੱਟ। ਜਿਵੇਂ ਕ੍ਰੋਧ ਦੇ ਨਾਲ ਕਹੀਦਾ ਨਾ, ਮੈਂ ਦੇਖ ਲਾਂਗਾ ਤੈਨੂੰ, ਭੰਨਾਂਗਾ ਮੈਂ ਤੇਰੀਆਂ ਲੱਤਾਂ, ਆਵੀਂ ਸਾਡੀ ਗਲੀ ਵੱਲ, ਦੇਖਾਂਗਾ ਹੁਣ ਤੂੰ ਦੁਬਾਰਾ ਬੋਲ ਕੇ, ਐਵੇਂ ਕਹਿੰਦੇ ਆ ਨਾ। ਤਾਂ ਇਸ ਕ੍ਰੋਧ ਦੀ ਵਰਤੋਂ ਕਰੋ ਈਰਖਾ ਵਾਸਤੇ। ਈਰਖਾ ਨੂੰ ਕਹੋ ਕਿ ਹੁਣ ਮੇਰੇ ਅੰਦਰ ਪੈਦਾ ਹੋਈ, ਵੇਖ ਫਿਰ ਮੈਂ ਤੈਨੂੰ ਹੜਬੁੱਚਾਂ ਨਾਲ ਭੰਨਦਾ। ਯਾਨੀ ਇਹਨਾਂ ਅਵਗੁਣਾਂ ਨੂੰ ਫਿਰ ਬੰਦਾ ਬਾਹਰ ਕੱਢੇਗਾ। ਤਾਂ ਕਾਮ ਨੂੰ, ਕ੍ਰੋਧ ਨੂੰ, ਅਹੰਕਾਰ ਨਿਵਾਰੇ ਔਰ ਉਹ ਬੰਦਾ ਗੁਰੂ ਦੇ ਸ਼ਬਦ ਰਾਹੀਂ ਆਪਣੀ ਜ਼ਿੰਦਗੀ ਚੋਂ ਅਹੰਕਾਰ ਨੂੰ ਵੀ ਦੂਰ ਕਰ ਲੈਂਦਾ। ਨਾ ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਰਹਿੰਦਾ ਹੈ, ਨਾ ਉਹਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਰਹਿੰਦਾ ਹੈ। ਉਹ ਇਹ ਸਮਝਦਾ ਹੈ ਕਿ ਮੈਂ ਸਭ ਕੁਝ ਕਰ ਸਕਦਾ ਹਾਂ। ਜੇ ਦੂਜੇ ਲੋਕ ਕਰ ਸਕਦੇ ਨੇ ਤਾਂ ਮੈਂ ਵੀ ਕਰ ਸਕਦਾ ਹਾਂ, ਕਿਉਂਕਿ ਮੈਂ ਦੂਜੇ ਬੰਦਿਆਂ ਵਰਗਾ ਇੱਕ ਬੰਦਾ ਹਾਂ। ਇਹ ਇਨਫੀਰੀਓਰਿਟੀ ਕੰਪਲੈਕਸ ਇਹਦੇ ਚੋਂ ਦੂਰ ਹੋ ਜਾਂਦਾ ਹੈ ਔਰ ਇਹਦੇ ਅੰਦਰ ਸਵਾਭਿਮਾਨ ਪੈਦਾ ਹੁੰਦਾ ਹੈ।
ਤੇ ਦੂਜਾ ਜੋ ਸੁਪਰੀਓਰਿਟੀ ਕੰਪਲੈਕਸ ਹੈ ਕਿ ਮੈਂ ਹੀ ਸਭ ਤੋਂ ਵੱਡਾ ਹਾਂ ਜਾਂ ਮੈਂ ਹੀ ਸਭ ਤੋਂ ਸਿਆਣਾ ਹਾਂ, ਇਹ ਚੀਜ਼ ਵੀ ਉਹਦੇ ਅੰਦਰੋਂ ਦੂਰ ਹੋ ਜਾਂਦੀ ਹੈ। ਉਹਨੂੰ ਸਮਝ ਪੈ ਜਾਂਦੀ ਹੈ ਕਿ ਮੈਂ ਵੱਖਰਾ ਨਹੀਂ ਹਾਂ, ਸੁਪੀਰੀਅਰ ਨਹੀਂ ਹਾਂ, ਮੈਂ ਵੀ ਦੂਜੇ ਬੰਦਿਆਂ ਵਰਗਾ ਇੱਕ ਬੰਦਾ ਹਾਂ। ਦੂਜਿਆਂ ਦੇ ਅੰਦਰ ਵੀ ਸ਼ੁਭ ਗੁਣ ਹੋ ਸਕਦੇ ਨੇ ਔਰ ਮੇਰੇ ਤੋਂ ਜ਼ਿਆਦਾ ਹੋ ਸਕਦੇ ਨੇ। ਹਰ ਇੱਕ ਦੇ ਅੰਦਰ ਉਹ ਪ੍ਰਭੂ ਹੈ, ਹਰ ਇੱਕ ਦੇ ਅੰਦਰ ਰੱਬੀ ਗੁਣ ਨੇ, ਇਸ ਲਈ ਦੂਜੇ ਬੰਦੇ ਵੀ ਮੇਰੇ ਵਰਗੇ ਬੰਦੇ ਨੇ ਔਰ ਮੈਂ ਵੀ ਦੂਜੇ ਬੰਦਿਆਂ ਵਰਗਾ ਇੱਕ ਬੰਦਾ ਹਾਂ। ਇਸ ਤਰ੍ਹਾਂ ਉਹਦੀ ਜ਼ਿੰਦਗੀ ਚੋਂ ਅਹੰਕਾਰ ਦੂਰ ਹੁੰਦਾ ਹੈ, ਉਹਦੇ ਅੰਦਰ ਸਵਾਭਿਮਾਨ ਪੈਦਾ ਹੁੰਦਾ ਹੈ। ਉਹ ਫਿਰ ਇਸ ਜ਼ਿੰਦਗੀ ਦੇ ਅੰਦਰ ਕੁਝ ਕਰ ਗੁਜ਼ਰਨ ਵਾਸਤੇ ਵਿਚਰਦਾ ਹੈ ਔਰ ਉਹਦੇ ਅੰਦਰ ਨਿਮਰਤਾ ਆਉਂਦੀ ਹੈ, ਉਹਦੇ ਅੰਦਰ ਪ੍ਰੇਮ ਆਉਂਦਾ ਹੈ, ਉਹ ਦੂਜਿਆਂ ਦਾ ਸਹਿਯੋਗ ਕਰਦਾ ਹੈ। ਗੁਰ ਕੈ ਸ਼ਬਦ ਸੋ ਸਮਝ ਪਰੀ, ਉਹਨੂੰ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਸਮਝ ਪੈ ਜਾਂਦੀ ਹੈ। ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ, ਸ਼ਬਦ ਰਾਹੀਂ, ਸ਼ਬਦ ਦੇ ਜ਼ਰੀਏ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਉਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਇਸ ਜਗਤ ਦੇ ਅੰਦਰ ਜੋ ਵਸਦਾ ਪ੍ਰਭੂ ਹੈ, ਉਹਦੇ ਮਿਲਾਪ ਵਾਸਤੇ ਮੈਨੂੰ ਕੋਈ ਮੁੰਦਰਾ ਧਾਰਨ ਦੀ ਲੋੜ ਨਹੀਂ ਹੈ, ਮੈਨੂੰ ਕੰਨ ਪੜਵਾਉਣ ਦੀ ਲੋੜ ਨਹੀਂ ਹੈ, ਮੈਨੂੰ ਸਮਾਧੀਆਂ ਲਾਉਣ ਦੀ ਲੋੜ ਨਹੀਂ ਹੈ। ਸਗੋਂ ਮੈਂ ਆਪਣੇ ਅੰਦਰੋਂ ਹਉਮੈ ਔਰ ਮਮਤਾ ਨੂੰ ਦੂਰ ਕਰਨਾ ਹੈ, ਕਾਮ ਕ੍ਰੋਧ ਅਹੰਕਾਰ ਨੂੰ ਨਿਵਾਰਨਾ ਹੈ ਔਰ ਚੰਗੀ ਜ਼ਿੰਦਗੀ ਜੀਣੀ ਹੈ। ਉਹਨੂੰ ਗੁਰੂ ਦੇ ਗਿਆਨ ਰਾਹੀਂ ਸਮਝ ਪੈ ਜਾਂਦੀ ਹੈ ਕਿ ਆ ਸਮਾਧੀਆਂ ਲਾਣੀਆਂ, ਵਾਧੂ ਦੇ ਮਤਲਬ ਕਰਮ ਕਾਂਡ ਕਰਨੇ, ਮਾਲਾਵਾਂ ਫੇਰਨੀਆਂ, ਭੌਰਿਆਂ 'ਚ ਵੜਨਾ, ਪਹਾੜਾਂ ਤੇ ਚੜਨਾ, ਗ੍ਰਸਤ ਦਾ ਤਿਆਗ ਕਰਨਾ ਜਾਂ ਹੋਰ ਬਹੁਤ ਸਾਰੇ ਕਰਮ ਕਾਂਡ ਨੇ। ਇਹਨਾਂ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਆਉਣੀ, ਸਗੋਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕਰਨਾ ਮੇਰਾ ਫਰਜ਼ ਹੈ, ਮੇਰਾ ਧਰਮ ਹੈ। ਸਗੋਂ ਮੈਂ ਅੰਦਰੋਂ ਬਾਹਰੋਂ ਸੱਚੀ ਸੁੱਚੀ ਜ਼ਿੰਦਗੀ ਜੀਣੀ ਹੈ। ਉਹਨੂੰ ਇਹ ਸਮਝ ਪੈ ਜਾਂਦੀ ਹੈ ਕਿ ਜਗਤ ਦੇ ਕਣ ਕਣ ਦੇ ਅੰਦਰ ਉਹ ਪ੍ਰਭੂ ਸਮਾਇਆ ਹੋਇਆ ਹੈ। ਖਿੰਥਾ ਝੋਲੀ ਭਰਪੂਰ ਰਿਹਾ। ਹੁਣ ਜੋਗੀ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿ ਤੁਸੀਂ ਖਿੰਥਾ ਯਾਨੀ ਇੱਕ ਖਾਸ ਕਿਸਮ ਦਾ ਪਹਿਨਾਵਾ ਹੈ ਜੋਗੀਆਂ ਦਾ, ਕਿ ਤੁਸੀਂ ਉਹ ਪਹਿਨੋ ਔਰ ਝੋਲੀ ਧਾਰਨ ਕਰੋ ਮੰਗਣ ਵਾਸਤੇ, ਜਿਹਦੇ ਵਿੱਚ ਕੁਛ ਮੰਗ ਕੇ ਤੇ ਪਵਾਉਣਾ ਹੈ, ਜੋ ਵੀ ਘਰਾਂ ਦੇ ਵਿੱਚੋਂ ਗ੍ਰਸਤੀਆਂ ਦੇ ਤੋਂ ਮਿਲੇਗਾ। ਤਾਂ ਗੁਰੂ ਜੀ ਕਹਿੰਦੇ ਨੇ ਖਿੰਥਾ ਔਰ ਝੋਲੀ ਇਹਦੀ ਜ਼ਰੂਰਤ ਨਹੀਂ ਹੈ। ਭਰਪੂਰ ਰਿਹਾ ਦਾ ਮਤਲਬ ਪਰਿਪੂਰਨ, ਹਰ ਥਾਂ ਦੇ ਉੱਤੇ ਰੱਬ ਵਸ ਰਿਹਾ ਹੈ। ਇਹੀ ਮੇਰੀ ਖਿੰਥਾ ਹੈ, ਇਹੀ ਮੇਰੀ ਝੋਲੀ ਹੈ। ਕਿਉਂਕਿ ਕਿਰਤ ਕਰਨੀ ਹੈ ਨਾ, ਕਿਰਤ ਕਰਨੀ ਹੈ। ਰੱਬ ਆਪ ਕਰਤਾ ਹੈ। ਮੂਲ ਮੰਤਰ ਵਿੱਚ ਰੱਬ ਦਾ ਗੁਣ ਦੱਸਿਆ ਹੈ ਕਰਤਾ, ਕ੍ਰੀਏਟਰ ਹੈ, ਉਹ ਹਰ ਵਕਤ ਕੁਛ ਕਰ ਰਿਹਾ ਹੈ। ਇਸ ਰਚਨਾ ਦੇ ਅੰਦਰ ਤੁਸੀਂ ਦੇਖੋਗੇ ਇੱਥੇ ਹਰ ਵਕਤ ਕੁਛ ਨਵੀਂ ਚੀਜ਼ ਪੈਦਾ ਹੋ ਰਹੀ ਹੈ, ਇੱਥੇ ਕੋਈ ਚੀਜ਼ ਦੁਹਰਾਈ ਨਹੀਂ ਜਾ ਰਹੀ। ਇੱਥੇ ਹਰ ਇਨਸਾਨ ਦੇ ਫਿੰਗਰਪ੍ਰਿੰਟ ਨਵੇਂ ਨੇ, ਹਰ ਇਨਸਾਨ ਦੀ ਅਕਲ, ਹਰ ਇਨਸਾਨ ਦੀ ਸ਼ਕਲ, ਹਰ ਇੱਕ ਦੀ ਬੋਲੀ, ਵੇਖਣ ਦਾ ਢੰਗ ਵੱਖਰਾ ਹੈ। ਇੱਥੇ ਕਿਸੇ ਇੱਕ ਰੁੱਖ ਦਾ ਪੱਤਾ ਵੀ ਦੂਜੇ ਰੁੱਖ ਦੇ ਦੂਜੇ ਪੱਤੇ ਵਰਗਾ ਨਹੀਂ। ਸਾਡੇ ਸਰੀਰ ਦਾ ਇੱਕ ਰੋਮ ਵੀ ਦੂਜੇ ਰੋਮ ਵਰਗਾ ਨਹੀਂ। ਇੰਨੀ ਨਵੀਨਤਾ, ਹਰ ਵਕਤ ਕੁਛ ਨਵਾਂ ਪੈਦਾ ਹੋ ਰਿਹਾ ਨਾ। ਤਾਂ ਇਸ ਤਰ੍ਹਾਂ ਮੰਗਣ ਦੀ ਲੋੜ ਨਹੀਂ ਹੈ, ਕਿਰਤ ਕਰਨ ਦੀ ਜ਼ਰੂਰਤ ਹੈ ਔਰ ਉਹਨੂੰ ਸਰਬ ਵਿਆਪਕ ਵੇਖਣਾ ਹੀ ਮੇਰੀ ਝੋਲੀ ਹੈ, ਉਹਨੂੰ ਸਰਬ ਵਿਆਪਕ ਵੇਖਣਾ ਹੀ ਮੇਰੀ ਗੋਦੜੀ ਹੈ, ਮੇਰਾ ਪਹਿਨਾਵਾ ਹੈ। ਨਾਨਕ ਤਾਰੈ ਏਕ ਹਰੀ। ਤਾਂ ਇਸ ਤਰ੍ਹਾਂ ਉਹ ਪ੍ਰਭੂ ਜਿਹੜਾ ਹੈ ਤੇਰਾ ਪਾਰ ਉਤਾਰਾ ਕਰੇਗਾ। ਤੂੰ ਸਵਾਮੀ ਨੂੰ ਹਰ ਥਾਂ ਤੇ ਪਰਿਪੂਰਨ ਵੇਖ। ਜੋਗੀ ਨੂੰ ਕਿਹਾ ਜਾ ਰਿਹਾ ਹੈ ਰੱਬ ਨੂੰ ਹਰ ਥਾਂ ਪਰਿਪੂਰਨ ਵੇਖ, ਕਿ ਹਰ ਥਾਂ ਹੈ। ਜਦੋਂ ਹਰ ਥਾਂ ਹੈ ਤਾਂ ਉਹਨੂੰ ਲੱਭਣ ਲਈ ਜੰਗਲਾਂ ਵਿੱਚ ਜਾਣ ਦੀ ਕੀ ਲੋੜ ਹੈ? ਜਦੋਂ ਹਰ ਇੱਕ ਦੇ ਵਿੱਚ ਹੈ, ਜਦੋਂ ਜੋ ਦਿਸੈ ਸੋ ਤੇਰਾ ਰੂਪ, ਕਿ ਜੋ ਵੀ ਦਿਸ ਰਿਹਾ ਹੈ ਤੇਰਾ ਹੀ ਰੂਪ ਹੈ, ਤਾਂ ਉਹਨੂੰ ਵੇਖਣ ਲਈ ਅੱਖਾਂ ਬੰਦ ਕਰਨ ਦੀ ਲੋੜ ਥੋੜੀ ਹੈ ਕਿ ਸਮਾਧੀ ਲਾ ਕੇ ਅੱਖਾਂ ਬੰਦ ਕਰੋ। ਉਹਨੂੰ ਵੇਖਣ ਲਈ ਤੇ ਅੱਖਾਂ ਖੋਲਣ ਦੀ ਲੋੜ ਹੈ ਨਾ। ਜੇ ਤੁਹਾਡੇ ਸਾਰਿਆਂ ਵਿੱਚ ਮੈਨੂੰ ਰੱਬ ਦਿਸਦਾ ਹੋਵੇ ਤਾਂ ਮੈਨੂੰ ਅੱਖਾਂ ਬੰਦ ਥੋੜੀਆਂ ਕਰਨੀਆਂ ਪੈਣਗੀਆਂ, ਫਿਰ ਤਾਂ ਮੈਨੂੰ ਖੋਲਣੀਆਂ ਪੈਣਗੀਆਂ ਨਾ ਤੁਹਾਡੇ ਦਰਸ਼ਨ ਕਰਨ ਲਈ, ਇਸ ਦੁਨੀਆ ਦੇ ਦਰਸ਼ਨ ਕਰਨ ਲਈ। ਅੱਖਾਂ ਬੰਦ ਕਰਨ ਦੀ ਤੇ ਲੋੜ ਹੀ ਨਹੀਂ ਹੈ। ਜਦੋਂ ਸਾਰਿਆਂ ਦੇ ਵਿੱਚ ਅਨੁਭਵ ਕਰਾਂਗੇ, ਕਣ ਕਣ ਵਿੱਚ ਅਨੁਭਵ ਕਰਾਂਗੇ,
ਤਾਂ ਅੱਖਾਂ ਬੰਦ ਕਰਨ ਦੀ, ਸਮਾਧੀਆਂ ਲਾਉਣ ਦੀ ਲੋੜ ਨਹੀਂ ਪਵੇਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜੋਗੀ ਤੂੰ ਉਹਨੂੰ ਪਰਿਪੂਰਨ ਵੇਖ ਕਿ ਕਣ ਕਣ ਅੰਦਰ ਸਮਾਇਆ ਹੈ, ਇਹੀ ਝੋਲੀ ਹੈ, ਇਹੀ ਖਿੰਥਾ ਹੈ, ਨਾਨਕ ਤਾਰੈ ਏਕ ਹਰੀ। ਇਸ ਤਰ੍ਹਾਂ ਇੱਕ ਜੋ ਹਰੀ ਹੈ ਉਹ ਤੈਨੂੰ ਤਾਰ ਦੇਵੇਗਾ। ਤੇ ਹਰੀ ਸ਼ਬਦ ਜਾਂ ਹਰ ਸ਼ਬਦ ਇਸ ਕਰਕੇ ਵਰਤਦੇ ਨੇ ਕਿਉਂਕਿ ਉਹ ਹਰ ਥਾਂ ਤੇ ਹੈ, ਉਹ ਹਰ ਇੱਕ ਲਈ ਹੈ, ਉਹ ਹਰ ਇੱਕ ਦਾ ਹੈ, ਉਹ ਹਰਿਆ ਕਰਨ ਵਾਲਾ ਹੈ। ਤਾਂ ਇਸ ਤਰ੍ਹਾਂ ਤੇਰਾ ਪਾਰ ਉਤਾਰਾ ਹੋ ਜਾਏਗਾ। ਤੇ ਪਾਰ ਉਤਾਰੇ ਨੂੰ ਅਸੀਂ ਸਮਝ ਚੁੱਕੇ ਹਾਂ ਨਾ ਕਿ ਮਰਨ ਤੋਂ ਬਾਅਦ ਨਹੀਂ, ਐਸੇ ਜ਼ਿੰਦਗੀ ਦੇ ਅੰਦਰ ਵਿਕਾਰਾਂ ਤੋਂ ਪਾਰ ਉਤਾਰਾ, ਦੁੱਖਾਂ ਤੋਂ ਪਾਰ ਉਤਾਰਾ, ਚਿੰਤਾਵਾਂ ਤੋਂ ਪਾਰ ਉਤਾਰਾ। ਸਾਚਾ ਸਾਹਿਬ ਸਾਚੀ ਨਾਈ। ਇੱਥੇ ਨਾਈ ਦਾ ਮਤਲਬ ਹੈ, ਇੱਥੇ ਨਾਈ ਨਹੀਂ ਪੜਨਾ, ਦੇਖੋ ਲਿਖਿਆ ਹੈ ਨਾਈ। ਤੇ ਜੇ ਅਸੀਂ ਨਾਈ ਪੜਾਂਗੇ ਤਾਂ ਨਾਈ ਤਾਂ ਇੱਕ ਜਾਤ ਹੈ ਨਾ, ਇੱਥੇ ਈੜੀ ਦੀ ਬਿਹਾਰੀ ਨਾਲ ਬਿੰਦੀ ਲਗਾਵਾਂਗੇ, ਨਾਈ। ਨਾਈ ਦਾ ਮਤਲਬ ਹੈ ਸ਼ੋਭਾ, ਸਿਫਤ ਸਲਾਹ। ਸਾਚਾ ਸਾਹਿਬ ਸਾਚੀ ਨਾਈ, ਪਰਖ ਹੈ ਗੁਰ ਕੀ ਬਾਤ ਖਰੀ। ਖਰੀ ਦਾ ਮਤਲਬ ਹੈ ਕਿ ਖਰੀ ਗੱਲ ਹੈ। ਪਰਖ ਦਾ ਮਤਲਬ ਬੰਦਾ ਸਮਝ ਲੈਂਦਾ ਹੈ, ਪਰਖ ਲੈਂਦਾ ਹੈ। ਸੱਚਾ ਹੈ ਸੁਆਮੀ, ਸੱਚਾ ਹੈ ਉਹਦਾ ਨਾਮ। ਪਰਖਣ ਤੇ ਸੱਚੀ ਹੀ ਇਹ ਗੁਰਾਂ ਦੀ ਬਾਣੀ ਨੂੰ ਮਹਿਸੂਸ ਕਰੇਗਾ। ਯਾਨੀ ਮਾਲਕ ਸੱਚਾ ਹੈ, ਉਹਦੀ ਸ਼ੋਭਾ ਸੱਚੀ ਹੈ। ਗੁਰੂ ਦੀ ਦੱਸੀ ਹੋਈ ਗੱਲ ਪਰਖ ਕੇ ਦੇਖ ਲੈਂਦਾ ਹੈ ਕਿ ਇਹ ਗੱਲ ਵਾਸਤਵ ਵਿੱਚ ਹੀ ਖਰੀ ਹੈ। ਇਹ ਪੰਕਤੀ ਦੀ ਸਮਝ ਆ ਜਾਏਗੀ ਜਦੋਂ ਅਸੀਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਸ਼ਬਦ ਪੜਾਂਗੇ ਨਾ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਕਿ ਗੁਰੂ ਬਾਰੇ ਮੈਂ ਸੁਣਦਾ ਹੁੰਦਾ ਸੀ ਕਿ ਗੁਰੂ ਰੱਬ ਦੇ ਨਾਲ ਮਿਲਾ ਦਿੰਦਾ ਹੈ, ਗੁਰੂ ਹਉਮੈ ਦਾ ਰੋਗ ਕੱਟ ਦਿੰਦਾ ਹੈ, ਗੁਰੂ ਵਿਛੜਿਆਂ ਨੂੰ ਪ੍ਰਭੂ ਦੇ ਨਾਲ ਮਿਲਾ ਦਿੰਦਾ ਹੈ। ਮੈਂ ਸੁਣਦਾ ਹੁੰਦਾ ਸੀ। ਹੁਣ ਅਸੀਂ ਵੀ ਸੁਣ ਹੀ ਰਹੇ ਹਾਂ ਨਾ, ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਪਰ ਅਸੀਂ ਇਸ ਗੱਲ ਨੂੰ ਹਾਲੇ ਪਰਖਿਆ ਨਹੀਂ। ਹੋ ਸਕਦਾ ਹੈ ਬਹੁਤਿਆਂ ਨੇ ਪਰਖਿਆ ਹੋਵੇ, ਯਾਨੀ ਅਮਲ ਨਹੀਂ ਕੀਤਾ। ਜਦੋਂ ਅਸੀਂ ਇਸ ਚੀਜ਼ ਤੇ ਅਮਲ ਕਰਾਂਗੇ ਨਾ, ਐਸੀ ਜ਼ਿੰਦਗੀ ਜੀਵਾਂਗੇ, ਤੇ ਫਿਰ ਸਾਨੂੰ ਮਹਿਸੂਸ ਹੋਏਗਾ ਕਿ ਯਾਰ ਗੱਲ ਤਾਂ ਬਿਲਕੁਲ ਠੀਕ ਹੈ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹਾ ਮੈਂ ਗੁਰੂ ਬਾਰੇ ਸੁਣਦਾ ਸੀ, ਮੈਂ ਪਰਖ ਲਿਆ ਹੈ, ਗੁਰੂ ਉਹੋ ਜਿਹਾ ਮੈਂ ਵੇਖ ਲਿਆ, ਵਾਸਤਵ ਵਿੱਚ ਹੀ ਉਵੇਂ ਦਾ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਗੁਰੂ ਵਿਛੜਿਆ ਹੋਇਆਂ ਨੂੰ ਰੱਬ ਦੇ ਨਾਲ ਮਿਲਾ ਦਿੰਦਾ ਹੈ। ਰੱਬੀ ਦਰਗਾਹ ਦਾ ਉਹ ਵਿਚੋਲਾ ਹੈ, ਮਿਲਾ ਦਿੰਦਾ ਹੈ, ਸੱਚ ਦੇ ਅੰਦਰ ਲੀਨ ਕਰ ਦਿੰਦਾ ਹੈ। ਹਰ ਨਾਮੋ ਮੰਤਰ ਦ੍ਰਿੜਾਇਨ ਦਾ, ਨਾਮੋ ਦਾ ਨਾਮ ਦਾ ਮਤਲਬ ਹੁਕਮ, ਉਹ ਰੱਬੀ ਹੁਕਮ ਨੂੰ ਦ੍ਰਿੜ ਕਰਾਂਦਾ ਹੈ ਗੁਰੂ, ਕਿ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਣੀ ਹੈ। ਤੇ ਹਉਮੈ ਦੇ ਰੋਗ ਨੂੰ ਕੱਟ ਦਿੰਦਾ ਹੈ। ਹਉਮੈ ਦਾ ਰੋਗ ਕੀ ਹੈ? ਕਿ ਮੈਂ ਰੱਬੀ ਹੁਕਮ ਤੋਂ ਬਾਹਰ ਵੀ ਕੁਝ ਕਰ ਸਕਦਾ ਹਾਂ। ਇਹ ਰੋਗ ਕੱਟਿਆ ਜਾਂਦਾ ਹੈ। ਉਹਨੂੰ ਸਮਝ ਪੈ ਜਾਂਦੀ ਹੈ ਕਿ ਰੱਬੀ ਹੁਕਮ ਤੋਂ ਬਾਹਰ ਇਹ ਜੋ ਨਿਯਮ ਨੇ ਕੁਦਰਤ ਦੇ, ਇਹਨਾਂ ਤੋਂ ਬਾਹਰ ਕੁਝ ਨਹੀਂ ਕੀਤਾ ਜਾ ਸਕਦਾ। ਤਾਂ ਪਰਖ ਹੈ ਗੁਰ ਕੀ ਬਾਤ ਖਰੀ। ਉਹ ਗੁਰੂ ਦੀ ਗੱਲ ਨੂੰ ਪਰਖਦਾ ਹੈ, ਯਾਨੀ ਗੁਰੂ ਦੀ ਗੱਲ ਦੇ ਉੱਤੇ ਅਮਲ ਕਰਦਾ ਹੈ। ਤੇ ਗੁਰੂ ਦੀ ਗੱਲ ਰਾਹੀਂ ਉਹਨੂੰ ਸਮਝ ਪੈ ਜਾਂਦੀ ਹੈ ਕਿ ਗੁਰੂ ਦੀ ਇਹ ਪਾਵਨ ਬਾਣੀ ਸੱਚੀ ਹੈ। ਤੇ ਕੀ ਸਮਝ ਪੈਂਦੀ ਹੈ? ਸਾਚਾ ਸਾਹਿਬ ਸਾਚੀ ਨਾਈ, ਕਿ ਸਾਹਿਬ ਸੱਚਾ ਹੈ, ਅਬਿਨਾਸ਼ੀ ਹੈ, ਉਹਦੀ ਜੋ ਸ਼ੋਭਾ ਹੈ ਉਹ ਵੀ ਸੱਚੀ ਹੈ। ਔਰ ਸੱਚੀ ਸ਼ੋਭਾ ਰਾਹੀਂ, ਸੱਚੀ ਸਿਫਤ ਸਲਾਹ ਰਾਹੀਂ ਸੱਚ ਦੇ ਅੰਦਰ ਅਸਾਂ ਜੁੜਨਾ ਹੈ। ਸੱਚ ਦੇ ਅੰਦਰ ਬੰਦਾ ਸਮਾ ਜਾਂਦਾ ਹੈ। ਪਰਖਣ ਦੇ ਵਿੱਚ ਗੁਰੂ ਦੀ ਗੱਲ ਜਿਹੜੀ ਹੈ ਉਹ ਪੂਰੀ ਉਤਰਦੀ ਹੈ। ਇਸ ਕਰਕੇ ਇਹ ਜੋਗੀ, ਇਹਨਾਂ ਕਰਮ ਕਾਂਡਾਂ ਦੀ ਜ਼ਰੂਰਤ ਨਹੀਂ ਹੈ। ਇਹ ਪਰਖੀ ਹੋਈ ਗੱਲ ਹੈ, ਇਹ ਯੂਨੀਵਰਸਲ ਟਰੁੱਥ ਹੈ ਕਿ ਜਦੋਂ ਅਸੀਂ ਗੁਰੂ ਗਿਆਨ ਦੇ ਧਾਰਨੀ ਬਣਦੇ ਹਾਂ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਰੱਬੀ ਹੁਕਮ ਦੀ ਸਮਝ ਪੈਂਦੀ ਹੈ। ਜਦੋਂ ਅਸੀਂ ਇਸ ਸਿਸਟਮ ਦੇ ਅੰਦਰ, ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦੇ ਹਾਂ, ਤਾਂ ਸਮਝ ਪੈ ਜਾਂਦੀ ਹੈ ਕਿ ਵਾਸਤਵ ਦੇ ਅੰਦਰ ਸੱਚ ਕੁਝ ਹੋਰ ਸੀ ਤੇ ਅਸੀਂ ਕੁਝ ਹੋਰ ਕਰ ਰਹੇ ਸੀ। ਅਸੀਂ ਕੁਝ ਹੋਰ ਸਮਝ ਰਹੇ ਸੀ ਤੇ ਹਕੀਕਤ ਕੁਝ ਹੋਰ ਹੈ। ਫਿਰ ਉਹ ਬੰਦਾ ਉਸ ਹਕੀਕਤ ਨੂੰ ਸਮਝ ਲੈਂਦਾ ਹੈ, ਸਚਾਈ ਨੂੰ ਸਮਝ ਲੈਂਦਾ ਹੈ, ਔਰ ਸੱਚ ਦੇ ਅੰਦਰ ਲੀਨ ਹੋ ਜਾਂਦਾ ਹੈ। ਉਂਧੋ ਖੱਪਰ ਪੰਚ ਪੂਟ ਟੋਪੀ। ਇਹਨੂੰ ਖੱਪਰ ਲਿਖਿਆ ਹੈ, ਖੱਪਰ ਨੂੰ
ਖੱਖੇ ਦੇ ਉੱਤੇ ਅੱਧਕ ਲਾ ਕੇ ਪੜਾਂਗੇ ਖੱਪਰ। ਉਂਧ ਦਾ ਮਤਲਬ ਉਲਟਿਆ ਹੋਇਆ, ਸੰਸਾਰਿਕ ਖੁਆਇਸ਼ਾਂ ਵੱਲੋਂ ਮੁੜਿਆ ਹੋਇਆ। ਖੱਪਰ ਦਾ ਮਤਲਬ ਹੈ ਜੋਗੀ ਜਾਂ ਮੰਗਤੇ ਜਿਹੜੇ ਨੇ ਇੱਕ ਪਿਆਲਾ ਹੱਥ ਵਿੱਚ ਰੱਖਦੇ ਨੇ ਜਿਸ ਦੇ ਅੰਦਰ ਉਹ ਭਿੱਖਿਆ ਪਾਉਂਦੇ ਨੇ। ਇੱਕ ਝੋਲੀ ਹੁੰਦੀ ਹੈ ਜੋ ਉਹਨਾਂ ਨੇ ਮੋਢੇ ਨਾਲ ਲਮਕਾਈ ਹੁੰਦੀ ਹੈ, ਇੱਕ ਹੱਥ ਦੇ ਵਿੱਚ ਖਪਰਾ ਹੁੰਦਾ ਹੈ ਜੋ ਕਿਸੇ ਗ੍ਰਸਤੀ ਦੇ ਘਰੋਂ ਮਿਲਦਾ ਹੈ। ਉਸ ਕਟੋਰੇ ਖਪਰੇ ਦੇ ਵਿੱਚ ਪਵਾ ਕੇ ਤੇ ਫਿਰ ਉਹ ਝੋਲੀ ਦੇ ਵਿੱਚ ਪਵਾ ਲੈਂਦੇ ਨੇ। ਜੇ ਦਾਣੇ ਨੇ ਤੇ ਦਾਣਿਆਂ ਵਾਲੇ ਖਾਨੇ 'ਚ, ਜੇ ਆਟਾ ਹੈ ਤੇ ਆਟੇ ਵਾਲੇ 'ਚ। ਜੋ ਮਿਲਦਾ ਹੈ ਖੱਪਰ ਵਿੱਚ ਪਵਾਉਂਦੇ ਨੇ, ਫਿਰ ਝੋਲੀ ਵਿੱਚ। ਤੇ ਇੱਕ ਜੋਗੀਆਂ ਨੇ ਜਾਂ ਮੰਗਤਿਆਂ ਨੇ ਸਿਰ ਤੇ ਟੋਪੀ ਪਾਈ ਹੁੰਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਮੈਨੂੰ ਖੱਪਰ ਫੜਨ ਦੀ ਲੋੜ ਨਹੀਂ, ਕਿਉਂਕਿ ਗੁਰੂ ਜੀ ਸਾਨੂੰ ਮੰਗਤੇ ਨਹੀਂ ਨਾ ਬਣਾ ਰਹੇ। ਜੇ ਸਾਰੇ ਹੀ ਹੁਣ ਇਸ ਰਾਹ ਨੂੰ ਅਪਣਾ ਲੈਣ ਕਿ ਰੱਬ ਨੂੰ ਮਿਲਣ ਦਾ ਰਾਹ ਇਹ ਹੈ, ਤੇ ਸਾਰੇ ਹੀ ਖੱਪਰ ਫੜ ਲੈਣ, ਸਾਰੇ ਹੀ ਲੋਕ ਟੋਪੀਆਂ ਪਾ ਲੈਣ, ਮੰਗਣ ਤੁਰ ਪੈਣ, ਤਾਂ ਦੇਣ ਵਾਲਾ ਕੌਣ ਹੋਏਗਾ? ਐਵੇਂ ਤਾਂ ਜ਼ਿੰਦਗੀ ਚੱਲ ਨਹੀਂ ਨਾ ਸਕਦੀ। ਉਹ ਚੀਜ਼ ਅਪਣਾਈ ਜਾ ਸਕਦੀ ਹੈ ਜੋ ਸਰਬ ਸਾਂਝੀ ਹੈ, ਸਰਬਕਾਲੀ ਹੈ, ਸਰਬਦੇਸ਼ੀ ਹੈ। ਐਸੇ ਨਿਯਮ ਜੋ ਹਰ ਵਕਤ, ਹਰ ਥਾਂ ਤੇ, ਹਰ ਬੰਦੇ ਤੇ ਲਾਗੂ ਹੋ ਸਕਦੇ ਨੇ। ਹੁਣ ਜਿਹੜਾ ਕਿਰਤ ਕਰਨਾ ਹੈ ਇਹ ਹਰ ਥਾਂ ਤੇ ਲਾਗੂ ਹੋ ਸਕਦਾ ਹੈ। ਫੈਕਟਰੀਆਂ, ਕਾਰਖਾਨਿਆਂ ਵਿੱਚ, ਜ਼ਮੀਨ ਵਿੱਚ, ਦੁਕਾਨ ਤੇ ਹਰ ਬੰਦਾ ਕਿਰਤ ਕਰ ਸਕਦਾ ਹੈ, ਹਰ ਥਾਂ ਤੇ ਕਰ ਸਕਦਾ ਹੈ, ਹਰ ਸਮੇਂ ਕਰ ਸਕਦਾ ਹੈ। ਇਹ ਸਿਧਾਂਤ ਲਾਗੂ ਹੋ ਸਕਦੇ ਨੇ ਕਿਉਂਕਿ ਹਰ ਬੰਦਾ ਕਿਰਤ ਹੋਏਗਾ, ਕਿਰਤੀ ਹੋਏਗਾ, ਕੰਮ ਕਰੇਗਾ, ਆਪਣੇ ਜੀਵਨ ਦਾ ਨਿਰਵਾਹ ਉਹ ਕਰੇਗਾ ਸੱਚ ਨੂੰ ਆਧਾਰ ਬਣਾ ਕੇ। ਤੇ ਜੇ ਕਿਰਤ ਨੂੰ ਛੱਡ ਦਿੱਤਾ ਜਾਏ, ਸਾਰੇ ਜੋਗੀ ਬਣ ਜਾਣ, ਸਾਰੇ ਬਾਬੇ ਬਣ ਜਾਣ, ਤਾਂ ਇਹ ਸਮਾਜ ਚੱਲ ਨਹੀਂ ਸਕਦਾ। ਇਸ ਲਈ ਗੁਰੂ ਜੀ ਕਹਿੰਦੇ ਨੇ ਉਂਧੋ ਖੱਪਰ, ਕਿ ਸੰਸਾਰਕ ਖਾਸ਼ਾਂ ਵੱਲੋਂ ਮੁੜੀ ਹੋਈ ਜਿਹੜੀ ਸੁਰਤ ਹੈ ਨਾ, ਉਹਨੂੰ ਖੱਪਰ ਬਣਾ। ਉਂਧੋ ਦਾ ਮਤਲਬ ਉਲਟਿਆ ਹੋਇਆ। ਆਪਣੇ ਮਨ ਨੂੰ ਉਲਟਾਣਾ ਹੈ, ਆਪਣੀ ਸੋਚ ਨੂੰ ਬਦਲਣਾ ਹੈ। ਕਿਵੇਂ ਬਦਲਣਾ ਹੈ? ਹੁਣ ਮੇਰੀ ਸੋਚ ਦੇ ਅੰਦਰ ਹੈ ਤੁਹਾਡੇ ਵਾਸਤੇ ਈਰਖਾ। ਈਰਖਾ ਵਾਲੀ ਸੋਚ ਦੇ ਨਾਲ ਮੈਂ ਜ਼ਿੰਦਗੀ ਜੀ ਰਿਹਾ। ਮੇਰੀ ਸੋਚ ਅੰਦਰ ਹੈ ਲੋਭ, ਮੇਰੀ ਸੋਚ ਅੰਦਰ ਹੈ ਹੰਕਾਰ, ਮੇਰ ਤੇਰ ਦੇ ਵਿਤਕਰੇ। ਹੁਣ ਮੈਂ ਇਸ ਸੋਚ ਨੂੰ ਬਦਲਣਾ ਹੈ। ਆਪਣੀ ਸੋਚ ਦੇ ਅੰਦਰ ਈਰਖਾ ਦੀ ਜਗ੍ਹਾ ਤੇ ਪ੍ਰੇਮ ਪੈਦਾ ਕਰਨਾ ਹੈ। ਮੈਂ ਕਿਸੇ ਨਾਲ ਈਰਖਾ ਨਹੀਂ ਕਰਨੀ, ਹਰ ਇੱਕ ਦੇ ਨਾਲ ਪਿਆਰ ਕਰਨਾ ਹੈ। ਅਹੰਕਾਰ ਦੀ ਜਗ੍ਹਾ ਤੇ ਮੈਂ ਨਿਮਰਤਾ ਦਾ ਗੁਣ ਧਾਰਨ ਕਰਨਾ ਹੈ। ਲਾਲਚ ਦੀ ਜਗ੍ਹਾ ਤੇ ਮੈਂ ਸੰਤੋਖ ਦੇ ਧਾਰਨੀ ਹੋਣਾ ਹੈ। ਮੇਰ ਤੇਰ ਦੀ ਜਗ੍ਹਾ ਤੇ ਮੈਂ ਆਪਣਤਵ ਭਾਵ ਪੈਦਾ ਕਰਨਾ ਹੈ। ਸਭ ਕੋ ਮੀਤ ਹਮ ਆਪਨ ਕੀਨਾ। ਇਹਨੂੰ ਕਹਿੰਦੇ ਨੇ ਉਂਧੋ। ਉਂਧੋ ਦਾ ਮਤਲਬ ਉਲਟਿਆ ਹੋਇਆ, ਸੰਸਾਰਿਕ ਵਿਕਾਰਾਂ ਵੱਲੋਂ ਉਲਟੀ ਹੋਈ ਬਿਰਤੀ। ਇਹ ਜਿਹੜੀ ਤੂੰ ਉਲਟੀ ਹੋਈ ਸੁਰਤ ਹੈ ਨਾ, ਸੰਸਾਰਿਕ ਖੁਆਇਸ਼ਾਂ ਵੱਲੋਂ, ਵਿਕਾਰਾਂ ਵੱਲੋਂ, ਉਹਨੂੰ ਖੱਪਰ ਬਣਾ। ਉਹਦੇ ਅੰਦਰ ਜੋ ਪਵਾਉਣਾ ਹੈ ਪਵਾ। ਮਤਲਬ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਇਹਨੂੰ ਖੱਪਰ ਬਣਾ। ਤੇ ਇਹਦੇ ਅੰਦਰ ਜੋ ਪਵੇਗਾ, ਇਹਨਾਂ ਰਾਹੀਂ, ਇਹਨਾਂ ਗੁਣਾਂ ਰਾਹੀਂ ਜੋ ਮਿਲੇਗਾ ਤੈਨੂੰ ਕਿਰਤ ਕਰਕੇ, ਉਹ ਤੇਰੀ ਜ਼ਿੰਦਗੀ ਦੇ ਅੰਦਰ ਤੈਨੂੰ ਸੁੱਖ ਦੇਵੇਗਾ। ਪੰਚ ਭੂ ਟੋਪੀ, ਇੱਥੇ ਭੂ ਦਾ ਮਤਲਬ ਹੈ ਤੱਤ, ਤੇ ਇੱਥੇ ਪੰਜਾਂ ਤੱਤਾਂ ਦੇ ਜਿਹੜੇ ਗੁਣ ਨੇ ਉਹ ਲੈ ਨੇ, ਕਿ ਇਹ ਪੰਜਾਂ ਤੱਤਾਂ ਦੇ ਜਿਹੜੇ ਗੁਣ ਨੇ ਨਾ, ਉਹਨਾਂ ਨੂੰ ਟੋਪੀ ਬਣਾ। ਮੇਰੀ ਟੋਪੀ ਪਾਉਣ ਦੇ ਨਾਲ ਤੇ ਰੱਬ ਨਹੀਂ ਨਾ ਮਿਲੇਗਾ। ਜੇ ਟੋਪੀ ਪਾਉਣ ਨਾਲ ਮਿਲਦਾ ਹੋਵੇ ਤਾਂ ਫਿਰ ਤਾਂ ਸੌਖਾ ਕੰਮ ਹੈ, ਬਾਜ਼ਾਰੋਂ ਟੋਪੀ ਖਰੀਦੋ, ਪਾਓ ਤੇ ਬੰਦੇ ਬਣ ਗਏ ਅਸੀਂ, ਇਨਸਾਨੀਅਤ ਸਾਡੇ ਅੰਦਰ ਪੈਦਾ ਹੋ ਗਈ। ਪਰ ਐਵੇਂ ਹੁੰਦੀ ਨਹੀਂ ਨਾ। ਇਸ ਲਈ ਆਕਾਸ਼ ਜੇ ਜਿਹੜਾ ਗੁਣ ਹੈ ਨਾ, ਉਹ ਹੈ ਨਿਰਲੇਪਤਾ। ਇਹ ਪੰਜਾਂ ਤੱਤਾਂ ਦੇ ਗੁਣ ਨੇ। ਜੇ ਲਿਖਣਾ ਹੈ ਤੇ ਆਪ ਲਿਖ ਸਕਦੇ ਹੋ। ਆਕਾਸ਼ ਦਾ ਜਿਹੜਾ ਗੁਣ ਹੈ ਉਹ ਹੈ ਨਿਰਲੇਪਤਾ। ਜਿਵੇਂ ਆਕਾਸ਼ ਨਿਰਲੇਪ ਹੈ, ਹਰ ਥਾਂ ਦੇ ਉੱਤੇ ਹੈ, ਚਾਹੇ ਕੋਈ ਅਮੀਰ ਹੈ, ਗਰੀਬ ਹੈ, ਕੋਈ ਵੀ ਹੈ, ਨਿਰਲੇਪ ਹੈ ਆਕਾਸ਼। ਇਹਦੇ ਉੱਤੇ ਕੋਈ ਲੇਪ ਨਹੀਂ, ਇਹਦੇ ਨਾਲ ਕੋਈ ਗੰਦਗੀ ਨਹੀਂ ਲੱਗਦੀ, ਨਿਰਲੇਪ। ਇਸੇ ਤਰ੍ਹਾਂ ਨਿਰਲੇਪਤਾ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰ। ਤੂੰ ਵੀ ਨਿਰਲੇਪ ਰਹੋ ਵਿਕਾਰਾਂ ਤੋਂ, ਮੇਰ ਤੇਰ ਤੋਂ, ਈਰਖਾ ਦਵੇਸ਼ ਤੋਂ, ਲੱਭ ਲੋਭ ਲਾਲਚ ਤੋਂ। ਇਹਨਾਂ ਤੋਂ ਨਿਰਲੇਪ ਰਹਿਣਾ ਹੈ। ਇਸ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਵਿਕਾਰਾਂ ਤੋਂ ਨਿਰਲੇਪ ਰਹਿ ਕੇ ਜ਼ਿੰਦਗੀ ਕਰ। ਅਗਨੀ ਦਾ ਸੁਭਾਅ ਹੈ ਮੈਲ ਸਾੜਨਾ। ਅਗਨੀ ਜਿਹੜੀ ਹੈ ਨਾ, ਮੈਲ ਨੂੰ ਸਾੜਦੀ ਹੈ। ਇਹ ਸੁਭਾਅ ਲੈਣਾ ਹੈ।
ਤਾਂ ਤੂੰ ਹੀ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਸਾੜ ਤੇ ਅਗਨੀ ਨਿੱਘ ਵੀ ਦਿੰਦੀ ਹੈ, ਤੇ ਤੂੰ ਹੀ ਲੋਕਾਂ ਨੂੰ ਨਿੱਘ ਦੇ। ਤੇਰੇ ਕੋਲੋਂ ਲੋਕਾਂ ਨੂੰ ਨਿੱਘ ਮਿਲਣਾ ਚਾਹੀਦਾ ਹੈ। ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਸਾੜ, ਕ੍ਰੋਧ ਨੂੰ ਸਾੜ, ਲੋਭ ਨੂੰ ਸਾੜ, ਇਹਨਾਂ ਨੂੰ ਖਤਮ ਕਰ। ਤੇ ਜੋ ਹਵਾ ਹੈ, ਇਹਦਾ ਗੁਣ ਹੈ ਸਮਦਰਸ਼ਤਾ। ਹਵਾ ਸਾਰਿਆਂ ਨੂੰ ਬਰਾਬਰ ਲੱਗਦੀ ਹੈ ਨਾ। ਸੀਤ ਮੰਦ ਸੁਗੰਧ ਚੱਲਿਓ, ਸਗਲ ਥਾਨ ਸਮਾਨ, ਜਹਾਂ ਸਾਕਿਸ ਤਹਾਂ ਲਾਗਿਓ, ਤਿਲ ਨਾ ਸ਼ੰਕਾ ਮਾਨ। ਹਵਾ ਜਿਹੜੀ ਹੈ, ਅਮੀਰ ਹੋਵੇ, ਗਰੀਬ ਹੋਵੇ, ਪੜ੍ਹਿਆ ਹੋਵੇ, ਅਨਪੜ੍ਹ ਹੋਵੇ, ਜਦੋਂ ਠੰਡੀ ਠੰਡੀ ਮਿੱਠੀ ਮਿੱਠੀ ਹਵਾ ਚੱਲਦੀ ਹੈ ਤਾਂ ਸਾਰਿਆਂ ਨੂੰ ਬਰਾਬਰ ਲੱਗਦੀ ਹੈ। ਇਸੇ ਤਰ੍ਹਾਂ ਸਮਦਰਸ਼ਤਾ, ਸਾਰਿਆਂ ਦੇ ਨਾਲ ਬਰਾਬਰ ਦਾ ਸੁਭਾਅ ਕਰਨਾ, ਸਾਰਿਆਂ ਦੇ ਨਾਲ ਚੰਗਾ ਵਰਤਾਵ ਕਰਨਾ, ਇਹ ਗੁਣ ਧਾਰਨ ਕਰ। ਤੇ ਜਲ ਦਾ ਜਿਹੜਾ ਪਾਣੀ ਦਾ ਗੁਣ ਹੈ ਉਹ ਹੈ ਸ਼ੀਤਲਤਾ। ਤਾਂ ਆਪਣੀ ਜ਼ਿੰਦਗੀ ਦੇ ਅੰਦਰ ਸ਼ੀਤਲਤਾ ਪੈਦਾ ਕਰ, ਸ਼ਾਂਤੀ ਪੈਦਾ ਕਰ, ਬਿਲਕੁਲ ਰਿਲੈਕਸ ਹੋ ਕੇ ਰਹੋ। ਤੇਰੇ ਅੰਦਰ ਸ਼ਾਂਤੀ ਚਾਹੀਦੀ ਹੈ। ਕਿਉਂ ਕ੍ਰੋਧ ਦੇ ਅੰਦਰ ਆਫਰਿਆ ਫਿਰਦਾ ਹੈ? ਕਿਉਂ ਹੰਕਾਰ ਦੇ ਵਿੱਚ ਫੂੰ ਫੂੰ ਕਰਦਾ ਫਿਰਦਾ ਹੈ? ਸ਼ੀਤਲਤਾ, ਇਹ ਪਾਣੀ ਦਾ ਗੁਣ ਹੈ। ਤੇ ਧਰਤੀ ਦਾ ਗੁਣ ਹੈ ਧੀਰਜ। ਧੀਰਜ ਦਾ ਧਾਰਨੀ ਹੋ। ਪਾਵਨ ਬਾਣੀ ਵਿੱਚ ਬਚਨ ਆਇਆ ਹੈ ਨਾ, ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪ੍ਰੀਤ, ਬਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮੰਨੀ ਵਿਪਰੀਤ। ਕਿ ਧਰਤੀ ਦੇ ਉੱਤੇ ਕੋਈ ਚੰਦਨ ਆਦਿਕ ਦਾ ਲੇਪ ਕਰੇ ਤਾਂ ਧਰਤੀ ਉਹਦੇ ਨਾਲ ਕੋਈ ਵੱਖਰਾ ਵਿਹਾਰ ਨਹੀਂ ਕਰਦੀ। ਕਿ ਉਹਦੀ ਪੈਲੀ ਦੇ ਅੰਦਰ ਕਿੱਕਰ ਬੀਜਿਆ ਅੰਗੂਰ ਉਗਾ ਦੇਵੇ। ਤੇ ਜੇ ਕੋਈ ਧਰਤੀ ਤੇ ਗੰਦਗੀ ਪਾਏ ਤਾਂ ਉਹਦੇ ਨਾਲ ਉਹ ਵੱਖਰਾ ਵਿਤਕਰਾ ਨਹੀਂ ਕਰਦੀ ਕਿ ਉਹ ਅੰਗੂਰਾਂ ਦੇ ਬੀਜ ਬੀਜੇ ਤੇ ਉਹਦੀ ਧਰਤੀ ਵਿੱਚ ਕਿੱਕਰ ਉਗਾ ਦੇ। ਐਵੇਂ ਨਹੀਂ, ਧਰਤੀ ਦੇ ਅੰਦਰ ਧੀਰਜ ਹੈ। ਤਾਂ ਪੰਜਵਾਂ ਗੁਣ, ਆਪਣੇ ਜੀਵਨ ਵਿੱਚ ਧੀਰਜ ਪੈਦਾ ਕਰ। ਇਹਨਾਂ ਗੁਣਾਂ ਦੀ ਟੋਪੀ ਬਣਾ। ਨਿਰ ਟੋਪੀ ਪਾਉਣ ਦੇ ਨਾਲ ਪ੍ਰਭੂ ਦਾ ਜਾਂ ਰੱਬ ਦਾ ਕੋਈ ਸੰਬੰਧ ਨਹੀਂ ਹੈ। ਤਾਂ ਪੰਜਾਂ ਤੱਤਾਂ ਦੇ ਗੁਣ ਫਿਰ ਸੁਣ ਲਓ। ਆਕਾਸ਼ ਦੀ ਨਿਰਲੇਪਤਾ, ਅਗਨੀ ਦਾ ਸੁਭਾਅ ਮੈਲ ਸਾੜਨਾ, ਹਵਾ ਦਾ ਗੁਣ ਸਮਦਰਸ਼ਤਾ, ਜਲ ਦੀ ਸ਼ੀਤਲਤਾ ਔਰ ਧਰਤੀ ਦਾ ਧੀਰਜ। ਇਹਨਾਂ ਪੰਜ ਗੁਣਾਂ ਦਾ ਧਾਰਨੀ ਹੋ। ਇਹ ਹੈ ਤੇਰੀ ਟੋਪੀ। ਸੰਸਾਰਿਕ ਬਿਰਤੀਆਂ ਵੱਲੋਂ ਆਪਣੇ ਮਨ ਨੂੰ, ਆਪਣੀ ਸੋਚ ਨੂੰ ਬਦਲ ਔਰ ਇਹਨਾਂ ਸ਼ੁਭ ਗੁਣਾਂ ਦੀ ਟੋਪੀ ਬਣਾ। ਕਾਇਆ ਕੜਾਸਨ ਮਨ ਜਾਗੋਟੀ। ਕੜਾਸਨ ਦਾ ਮਤਲਬ ਹੈ ਕੱਟ ਦਾ ਆਸਣ। ਯਾਨੀ ਆ ਜਿਹੜੀ ਘਾਹ ਹੈ ਨਾ, ਦੱਬ, ਜੋ ਕਿ ਦੱਬ ਦਾ ਆਸਣ ਬਣਾਉਂਦੇ ਨੇ ਤੇ ਉਸ ਆਸਣ ਦੇ ਉੱਤੇ ਬਹਿੰਦੇ ਨੇ। ਜਾਗੋਟੀ ਦਾ ਮਤਲਬ ਇੱਥੇ ਹੈ ਲੰਗੋਟੀ, ਜੋ ਕਿ ਲੰਗੋਟੀ ਬੰਨਦੇ ਨੇ ਔਰ ਫੂੜੀ ਵਿਛਾ ਕੇ ਇੱਕ ਆਸਣ ਘਾਹ ਦਾ ਦੱਬ ਦਾ ਬਣਾ ਕੇ ਉਹਦੇ ਉੱਤੇ ਬਹਿੰਦੇ ਨੇ। ਤਾਂ ਕਾਇਆ ਕੜਾਸਨ, ਕੜਾਸਨ ਦਾ ਮਤਲਬ ਕੱਟ ਆਸਣ, ਦੱਬ ਦਾ ਆਸਣ। ਸਰੀਰ ਨੂੰ ਵਿਕਾਰਾਂ ਵੱਲੋਂ ਨਿਰਮਲ ਰੱਖਣਾ, ਇਹ ਦੱਬ ਦਾ ਆਸਣ ਹੈ। ਜੇ ਕੋਈ ਹੁਣ ਬੰਦਾ ਦੱਬ ਵੱਢ ਲਵੇ, ਦੱਬ ਇੱਕ ਵਿਸ਼ੇਸ਼ ਕਿਸਮ ਦਾ ਘਾਹ ਹੁੰਦਾ ਹੈ, ਇੰਡੀਆ ਚ ਆਪ ਸਾਰਿਆਂ ਨੂੰ ਪਤਾ ਹੋਏਗਾ, ਤੇ ਉਹਦਾ ਇੱਕ ਆਸਣ ਬਣਾਉਂਦੇ ਨੇ ਜੋਗੀ, ਉਹਦੇ ਉੱਤੇ ਬਹਿੰਦੇ ਨੇ। ਹੁਣ ਜੇ ਆਸਣ ਬਣਾ ਕੇ ਉਹਦੇ ਤੇ ਬਹਿਣ ਦੇ ਨਾਲ ਇਨਸਾਨੀਅਤ ਪੈਦਾ ਹੁੰਦੀ ਹੋਵੇ, ਜਾਂ ਕੋਈ ਗਿਆਨ ਵਿੱਚ ਵਾਧਾ ਹੁੰਦਾ ਹੋਵੇ, ਜਾਂ ਸਮਾਜ ਦਾ ਭਲਾ ਹੁੰਦਾ ਹੋਵੇ, ਜਾਂ ਰੱਬ ਮਿਲਦਾ ਹੋਵੇ, ਤਾਂ ਇਹ ਤਾਂ ਬਹੁਤ ਸੌਖਾ ਕੰਮ ਹੈ। ਪਰ ਨਿਰਾ ਘਾਹ ਦੇ ਦੱਬ ਦੇ ਆਸਣ ਉੱਤੇ ਬੈਠਣ ਨਾਲ ਪ੍ਰਭੂ ਦਾ ਮਿਲਾਪ ਨਹੀਂ ਨਾ ਹੁੰਦਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਇਸ ਆਸਣ ਨੂੰ ਛੱਡ, ਸਰੀਰ ਨੂੰ ਵਿਕਾਰਾਂ ਵੱਲੋਂ ਨਿਰਲੇਪ ਰੱਖ। ਸਰੀਰ ਨੂੰ ਆਸਣ ਬਣਾ, ਇਹਦੇ ਵਿੱਚੋਂ ਵਿਕਾਰਾਂ ਨੂੰ ਕੱਢ। ਮਨ ਜਾਗੋਟੀ, ਤੇ ਜਿਹੜਾ ਮਨ ਹੈ ਨਾ, ਇਹਨੂੰ ਕਾਬੂ ਦੇ ਅੰਦਰ ਰੱਖ। ਮਨ ਨੂੰ ਲੰਗੋਟੀ ਬਣਾ, ਮਨ ਨੂੰ ਕਾਬੂ ਦੇ ਅੰਦਰ ਰੱਖਣਾ, ਇਹ ਲੰਗੋਟ ਹੋਣਾ ਚਾਹੀਦਾ ਹੈ। ਜੇ ਤੇਰਾ ਮਨ ਕਾਬੂ ਵਿੱਚ ਨਹੀਂ ਤਾਂ ਲੰਗੋਟੀ ਬੰਨਣ ਦੇ ਨਾਲ ਕੀ ਹੋਏਗਾ? ਲੰਗੋਟੀ ਬੰਨਣ ਦੇ ਨਾਲ ਰੱਬ ਥੋੜਾ ਮਿਲ ਜਾਏਗਾ। ਲੰਗੋਟੀ ਬੰਨਣ ਦੇ ਨਾਲ ਕੋਈ ਧਰਮੀ ਥੋੜਾ ਹੋ ਜਾਏਗਾ। ਜੇ ਮਨ ਕਾਬੂ ਵਿੱਚ ਨਹੀਂ, ਮਨ ਵਿੱਚ ਵਿਕਾਰ ਨੇ, ਮਨ ਵਿੱਚ ਅਹੰਕਾਰ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਇਸ ਮਨ ਨੂੰ ਕਾਬੂ ਵਿੱਚ ਰੱਖ, ਇਹ ਹੈ ਤੇਰੀ ਲੰਗੋਟੀ। ਨਿਰੀ ਲੰਗੋਟੀ ਦੇ ਨਾਲ ਰੱਬ ਨਹੀਂ ਮਿਲਣ ਵਾਲਾ। ਤਾਂ ਕਾਇਆ ਨੂੰ ਵਿਕਾਰਾਂ ਤੋਂ ਨਿਰਲੇਪ ਰੱਖਣਾ, ਇਹ ਤੇਰਾ ਆਸਣ ਹੋਵੇ। ਮਨ ਨੂੰ ਕਾਬੂ ਦੇ ਅੰਦਰ ਰੱਖਣਾ, ਇਹ ਤੇਰੀ ਲੰਗੋਟੀ ਹੋਵੇ। ਸਤ ਸੰਤੋਖ ਸੰਜਮ ਹੈ ਨਾਲ,
ਸਤ, ਸੰਤੋਖ ਤੇ ਸੰਜਮ ਇਹ ਨਾਲ ਹੋਣ, ਇਹ ਤੇਰੇ ਚੇਲੇ ਹੋਣ, ਇਹਨਾਂ ਨੂੰ ਆਪਣੇ ਸਾਥੀ ਬਣਾ। ਜੋਗੀਆਂ ਦੇ ਚੇਲੇ ਨੇ ਜਾਂ ਸਾਥੀ ਨੇ, ਤਾਂ ਸਾਡੇ ਸਾਥੀ ਕੌਣ ਹੋਣੇ ਚਾਹੀਦੇ ਨੇ? ਦੇਖੋ, ਦੁਨੀਆ ਦੇ ਵਿੱਚ ਕਿੰਨੇ ਸਾਰੇ ਸਾਥੀ ਨੇ, ਤੇ ਸਾਥ ਤੋਂ ਬਿਨਾਂ ਇਹ ਜ਼ਿੰਦਗੀ ਅਧੂਰੀ ਹੈ। ਭੈਣ ਭਰਾ, ਮਾਂ ਬਾਪ, ਬੱਚੇ, ਪਤੀ ਪਤਨੀ, ਸੱਜਣ ਮਿੱਤਰ, ਯਾਰ ਦੋਸਤ, ਨਾਨਕੇ ਦਾਦਕੇ, ਸਹੁਰੇ, ਇਹ ਸਾਰੇ ਰਿਸ਼ਤੇਦਾਰ, ਸੱਜਣ ਮਿੱਤਰ ਚਾਹੀਦੇ ਨੇ ਨਾ ਨਾਲ। ਜੇ ਇਹ ਰਿਸ਼ਤੇ ਨਾਤੇ, ਸੱਜਣ ਮਿੱਤਰ ਨਹੀਂ ਹਨ, ਤਾਂ ਜ਼ਿੰਦਗੀ ਕਿੰਨੀ ਔਖੀ ਹੋ ਜਾਏਗੀ। ਕਦੇ ਸੋਚੋ ਕਿ ਜੇ ਬੰਦੇ ਨੂੰ ਇਕੱਲਾ ਹੀ ਰਹਿਣਾ ਪਵੇ, ਉਸ ਦਾ ਕੋਈ ਵੀ ਨਾ ਹੋਵੇ, ਤੇ ਇਕੱਲੇ ਨੂੰ ਹੀ ਕਿਤੇ ਰਹਿਣਾ ਪੈ ਜਾਵੇ, ਤਾਂ ਕੈਸੀ ਜ਼ਿੰਦਗੀ ਹੋਏਗੀ ਉਹਦੀ ਭੈਭੀਤ ਕਰਨ ਵਾਲੀ। ਇਕੱਲਾ ਬੰਦਾ ਤਾਂ ਡਿਪਰੈਸ਼ਨ ਦੇ ਅੰਦਰ ਚਲਾ ਜਾਏਗਾ ਨਾ। ਉਹਨੂੰ ਸਾਥ ਦੀ ਲੋੜ ਹੈ, ਸਾਥ ਵਿੱਚ ਹੀ ਸੁੱਖ ਹੈ। ਇਹ ਰਿਸ਼ਤੇ ਨਾਤੇ ਸਾਡੇ ਸੁੱਖਾਂ ਵਾਸਤੇ ਨੇ, ਪਰ ਇੱਕ ਕੌੜੀ ਸੱਚਾਈ ਹੈ ਕਿ ਜਿਹੜੇ ਦੁੱਖ ਔਰ ਚਿੰਤਾਵਾਂ ਮਿਲੇ ਨੇ, ਇਹ ਵੀ ਰਿਸ਼ਤਿਆਂ ਨਾਤਿਆਂ ਚੋਂ ਹੀ ਮਿਲੇ ਨੇ। ਜਿੰਨਾ ਦੁੱਖ ਬੰਦੇ ਨੂੰ ਆਪਣਿਆਂ ਤੋਂ ਮਿਲਿਆ ਹੈ, ਸ਼ਾਇਦ ਹੀ ਬੇਗਾਨਿਆਂ ਤੋਂ ਮਿਲਿਆ ਹੋਵੇ, ਸ਼ਾਇਦ ਹੀ ਦੁਸ਼ਮਣਾਂ ਤੋਂ ਮਿਲਿਆ ਹੋਵੇ। ਜਿੰਨਾ ਆਪਣਿਆਂ ਤੋਂ ਮਿਲਿਆ ਹੈ, ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ। ਆਪਣਿਆਂ ਤੋਂ ਹੀ ਬੰਦੇ ਨੂੰ ਦੁੱਖ ਮਿਲਦਾ ਹੈ। ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਹੈ ਕਿ ਗੁਣ ਨਹੀਂ ਹਨ। ਜੇ ਜੀਵਨ ਵਿੱਚ ਗੁਣ ਨਹੀਂ, ਤਾਂ ਰਿਸ਼ਤੇ ਨਾਤੇ ਤੇ ਹੋਣਗੇ ਪਰ ਸੁੱਖ ਨਹੀਂ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਆਪਣੇ ਸਾਥੀ ਬਣਾ ਸੱਚ ਨੂੰ, ਸੱਚਾ ਆਚਰਨ ਹੋਵੇ ਤੇਰਾ। ਮਨ ਬਚਨ ਕਰਮ ਕਰਕੇ ਤੂੰ ਸਚਿਆਰ ਹੋਵੇਂ। ਇਹ ਸੱਚ ਜਿਹੜਾ ਹੈ, ਇਹ ਤੇਰਾ ਸਾਥੀ ਹੋਣਾ ਚਾਹੀਦਾ ਹੈ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਤੇਰੇ ਬੋਲ ਸੱਚੇ ਹੋਣ, ਤੇਰੀ ਸੋਚ ਸੱਚੀ ਹੋਵੇ, ਤੇਰਾ ਵਿਹਾਰ ਸੱਚਾ ਹੋਵੇ। ਤੇ ਦੂਜਾ, ਸੰਤੋਖ ਨੂੰ ਆਪਣੀ ਜ਼ਿੰਦਗੀ ਦਾ ਸਾਥੀ ਬਣਾ, ਜੇ ਖੁਸ਼ ਰਹਿਣਾ ਚਾਹੁੰਦਾ ਹੈ। ਜੇ ਸੰਤੋਖ ਨਹੀਂ ਹੈ, ਤਾਂ ਕੰਮ ਕਰਕੇ ਜੋ ਮਿਲੇਗਾ ਉਹਦੇ ਵਿੱਚ ਖੁਸ਼ੀ ਨਹੀਂ ਮਿਲੇਗੀ। ਬੰਦਾ ਹਮੇਸ਼ਾ ਦੁਖੀ ਰਹੇਗਾ। ਆਪਨੇ ਕਹਾਣੀ ਸੁਣੀ ਹੈ ਨਾ, ਕਿ ਕੋਈ ਬੰਦਾ ਸੀ ਤੇ ਬੜਾ ਖੁਸ਼ ਸੀ, ਉਹਨਾਂ ਦਾ ਪਰਿਵਾਰ ਗਰੀਬ ਸਨ ਪਰ ਬੜੇ ਖੁਸ਼ ਸਨ। ਉਹ ਰੋਜ਼ ਤਾੜੀਆਂ ਮਾਰ ਮਾਰ ਕੇ ਹੱਸਦੇ ਸੀ, ਔਰ ਜੈਸਾ ਮਿਲਿਆ ਵੈਸਾ ਉਹਨਾਂ ਨੇ ਖਾ ਲਿਆ। ਤੇ ਨਾਲ ਹੀ ਕੋਈ ਦੂਜੇ ਪਾਸੇ ਅਮੀਰ ਸੀ, ਜਿਨ੍ਹਾਂ ਦੇ ਘਰ ਦੇ ਅੰਦਰ ਸਾਰਾ ਕੁਝ ਹੁੰਦਿਆਂ ਵੀ ਹਾਸਾ ਨਹੀਂ ਸੀ। ਤੇ ਕਿਸੇ ਨੇ ਪੁੱਛਿਆ ਵੀ ਇਹ ਇੰਨੇ ਸੁਖੀ ਕਿਉਂ ਨੇ ਔਰ ਮੈਂ ਦੁਖੀ ਕਿਉਂ ਹਾਂ? ਤਾਂ ਉਹ ਕਿਸੇ ਨੇ ਸੋਚਿਆ ਵੀ ਇਹਨਾਂ ਦੀ ਵੀ ਖੁਸ਼ੀ ਕੱਲ ਤੋਂ ਖਤਮ ਹੋ ਜਾਏਗੀ। ਉਹਨੇ ਕੀ ਕੀਤਾ ਕਿ ਉਹਨਾਂ ਦੇ ਘਰ ਦੇ ਅੰਦਰ 99 ਰੁਪਏ ਸੁੱਟ ਦਿੱਤੇ। ਉਹਨਾਂ ਨੂੰ ਕੰਨ ਦੇ ਲਾਗੇ 99 ਰੁਪਏ ਲੱਭ ਗਏ। ਉਹਨਾਂ ਨੇ ਗਿਣੇ 99 ਨੇ, ਕਹਿਣ ਲੱਗੇ ਯਾਰ ਕਿੰਨਾ ਚੰਗਾ ਹੁੰਦਾ 100 ਹੁੰਦਾ, ਵੀ 1 ਰੁਪਇਆ ਹੋਰ ਸੁੱਟਣ ਵਾਲੇ ਨੇ ਸੁੱਟੇ ਵੀ ਜਾਂ ਉੱਡ ਕੇ ਆਏ ਵੀ, ਤੇ 1 ਰੁਪਇਆ ਹੋਰ ਹੁੰਦਾ ਤੇ 100 ਹੋ ਜਾਣਾ ਸੀ। ਹੁਣ ਇੰਝ ਕਰੀਏ, ਇਹਨਾਂ ਨੂੰ 100 ਬਣਾਈਏ, 1 ਰੁਪਇਆ ਬਚਾਈਏ। ਬਸ ਹੁਣ ਉਹ 1 ਰੁਪਇਆ ਬਚਾਉਣ ਦੇ ਚੱਕਰ ਵਿੱਚ ਪੈ ਗਏ ਕਿ 1 ਰੁਪਇਆ ਬਚਾਇਆ ਕਿਵੇਂ ਜਾਵੇ। ਤੜਕੇ ਲੱਗਣੇ ਵੀ ਘੱਟ ਹੋ ਗਏ, ਹਾਸੇ ਵੀ ਖਤਮ ਹੋ ਗਏ। 100 ਤੋਂ ਫਿਰ 2, 2 ਤੋਂ 4, ਹੌਲੇ ਹੌਲੇ ਬੰਦਾ ਚਲਾ ਜਾਂਦਾ ਨਾ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਕਮਾਈ ਨਾ ਕੀਤੀ ਜਾਏ। ਸੰਤੋਖ ਜਦੋਂ ਖਤਮ ਹੋ ਜਾਂਦਾ ਨਾ, ਜਦੋਂ ਤ੍ਰਿਸ਼ਨਾ ਅੰਦਰ ਆ ਜਾਂਦੀ ਹੈ, ਉਦੋਂ ਬੰਦੇ ਦੀ ਜ਼ਿੰਦਗੀ ਚੋਂ ਖੁਸ਼ੀਆਂ ਮੁੱਕ ਜਾਂਦੀਆਂ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ ਸੰਤੋਖ ਰੱਖ, ਕਿਉਂਕਿ ਜਿਸ ਦੇ ਅੰਦਰ ਸੰਤੋਖ ਨਹੀਂ ਹੋਏਗਾ ਨਾ, ਉਹ ਦੂਜਿਆਂ ਦੇ ਹੱਕ ਖਾਏਗਾ, ਬੇਗਾਨੇ ਹੱਕ ਖਾਏਗਾ, 2 ਨੰਬਰ ਦੇ ਧੰਦੇ ਕਰੇਗਾ, ਆਪਣੀਆਂ ਖੁਸ਼ੀਆਂ ਗਵਾ ਲਏਗਾ। ਤੇ ਜਿਸ ਦੇ ਅੰਦਰ ਸੰਤੋਖ ਹੋਏਗਾ, ਉਹ ਕਿਰਤ ਕਰੇਗਾ ਸੱਚੀ ਇਮਾਨਦਾਰੀ ਦੇ ਨਾਲ, ਤੇ ਜੋ ਇਮਾਨਦਾਰੀ ਦੇ ਨਾਲ ਮਿਲੇਗਾ ਉਹਦੇ ਵਿੱਚ ਖੁਸ਼ ਵੀ ਰਹੇਗਾ ਤੇ ਆਪਣੀ ਤਰੱਕੀ ਵੀ ਕਰੇਗਾ। ਸੰਜਮ ਦੇ ਜ਼ਬਤ ਦੇ ਅੰਦਰ ਰਹਿਣਾ, ਕੰਨਾਂ ਨੂੰ, ਜ਼ਬਾਨ ਨੂੰ, ਹੱਥਾਂ ਨੂੰ ਜ਼ਬਤ ਵਿੱਚ ਰੱਖਣਾ, ਕੰਨਾਂ ਦੇ ਨਾਲ ਚੁਗਲੀ ਨਿੰਦਾ ਨਾ ਸੁਣਨੀ, ਬੋਲਣ ਲੱਗਿਆਂ ਆਪਣੀ ਜ਼ਬਾਨ ਤੇ ਕੰਟਰੋਲ ਰੱਖਣਾ, ਧਿਆਨ ਦੇ ਨਾਲ ਬੋਲਣਾ ਕਿ ਕੀ ਬੋਲਣਾ ਹੈ, ਕੀ ਨਹੀਂ ਬੋਲਣਾ, ਕਿਹਦੇ ਨਾਲ ਮੇਰੀ ਪ੍ਰੀਤ ਬਣੇਗੀ ਬੋਲਾਂ ਨਾਲ, ਕਿਹੜੇ ਬੋਲਾਂ ਨਾਲ ਮੇਰਾ ਵਿਗਾੜ ਪਵੇਗਾ। ਹੱਥਾਂ ਦੇ ਕੰਮਾਂ ਨਾਲ ਸੰਜਮ ਰੱਖਣਾ। ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਨੂੰ ਚੇਲੇ ਬਣਾ, ਦੁਨੀਆ ਨੂੰ ਚੇਲੇ ਨਾ ਬਣਾਉਂਦਾ, ਫਿਰ ਇਹਨਾਂ ਨੂੰ ਸਾਥੀ ਬਣਾ। ਜੇ ਇਹ ਗੁਣ ਤੇਰੇ ਸਾਥੀ ਹੋਣ, ਫਿਰ ਸੰਸਾਰ ਛੱਡਣ ਦੀ ਲੋੜ ਨਹੀਂ, ਫਿਰ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਲੰਗੋਟੀਆਂ ਬੰਨਣ ਦੀ ਲੋੜ ਨਹੀਂ, ਫਿਰ ਮੁੰਦਰਾ ਪਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਫਿਰ ਇਹਨਾਂ ਗੁਣਾਂ ਕਰਕੇ ਸ਼ਾਂਤੀ ਹੈ। ਤੇ ਇਹ ਹਰ ਇਨਸਾਨ ਵਾਸਤੇ ਹੈ।
ਜੇ ਅਸੀਂ ਆਪਣੇ ਪਰਿਵਾਰਾਂ ਦੇ ਅੰਦਰ ਸਾਰੇ ਜੀਆਂ ਦੇ ਵਿੱਚ ਗੁਣ ਆ ਜਾਣ ਤਾਂ ਪਰਿਵਾਰ ਵਿੱਚ ਸ਼ਾਂਤੀ ਆ ਜਾਏਗੀ। ਜਿਸ ਬੰਦੇ ਦੇ ਅੰਦਰ ਇਹ ਗੁਣ ਹੋਣਗੇ ਉਹ ਸੁਖੀ ਹੋਏਗਾ। ਇਸ ਲਈ ਸਤ ਸੰਤੋਖ ਸੰਜਮ ਹੈ ਨਾਲ, ਇਹਨਾਂ ਨੂੰ ਆਪਣੇ ਸਾਥੀ ਬਣਾ। ਨਾਨਕ ਗੁਰਮੁਖ ਨਾਮ ਸੰਭਾਲ। ਗੁਰੂ ਜੀ ਕਹਿੰਦੇ ਨੇ, ਹੈ ਜੋਗੀ, ਗੁਰੂ ਦੀ ਰਾਹੀਂ ਸੰਭਾਲ ਦਾ ਮਤਲਬ ਸੰਭਾਲ, ਆਪਣੇ ਹਿਰਦੇ ਵਿੱਚ ਇਸ ਚੀਜ਼ ਨੂੰ ਵਸਾ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬੀ ਗੁਣ। ਗੁਰੂ ਦੇ ਰਾਹੀਂ ਪ੍ਰਭੂ ਦੇ ਹੁਕਮ ਨੂੰ ਯਾਦ ਰੱਖ ਕਿ ਰੱਬੀ ਹੁਕਮ ਦੇ ਅੰਦਰ ਸਾਰਾ ਕੁਝ ਹੋ ਰਿਹਾ ਹੈ। ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਚਾਹੇ ਸਮਾਧੀਆਂ ਲਾ ਲੈ, ਸਮਾਧੀਆਂ ਲਾਉਣ ਦੇ ਨਾਲ ਹੁਕਮ ਨਹੀਂ ਬਦਲ ਸਕਦਾ। ਜੇ ਕੋਈ ਚਾਹੇ ਕਿ ਮੈਂ ਸਮਾਧੀ ਲਾ ਕੇ ਤੇ ਸੂਰਜ ਨੂੰ ਧਰਤੀ ਦੇ ਚਫੇਰੇ ਘੁਮਾ ਦਿਆਂ, ਤੇ ਐਸਾ ਕਦੇ ਵੀ ਨਹੀਂ ਹੋਣਾ, ਭਾਵੇਂ ਸਾਰੀ ਦੁਨੀਆ ਸਮਾਧੀ ਲਾਈ ਜਾਏ। ਜੇ ਬੰਦਾ ਇਹ ਸੋਚੇ ਕਿ ਮੈਂ ਸਮਾਧੀਆਂ ਲਾ ਕੇ ਤੇ ਅੱਗ ਦੇ ਵਿੱਚ ਬਹਿ ਜਾਵਾਂਗਾ ਤੇ ਅੱਗ ਮੈਨੂੰ ਨਹੀਂ ਸਾੜੇਗੀ, ਇਹ ਕਦੇ ਹੋਣਾ ਹੀ ਨਹੀਂ ਹੈ। ਅੱਗ ਤਾਂ ਸਾੜੇਗੀ। ਕਦੇ ਇਹ ਨਿਯਮ ਬਦਲ ਨਹੀਂ ਨਾ ਸਕਦੇ ਕੁਦਰਤ ਦੇ। ਜੇ ਕੋਈ ਕਹੇ ਕਿ ਮੈਂ ਸਮਾਧੀ ਲਾ ਕੇ ਤੇ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿ ਸਕਣਾ, ਕਦੇ ਹੋਣਾ ਹੀ ਨਹੀਂ। ਤਾਂ ਫਿਰ ਉਹਨਾਂ ਚੀਜ਼ਾਂ ਦਾ ਲਾਭ ਕੀ ਹੈ? ਇਸ ਲਈ ਗੁਰੂ ਜੀ ਕਹਿੰਦੇ ਨੇ, ਪਿਆਰਿਆ, ਇਹ ਕਰਮ ਕਰਨ ਦੇ ਨਾਲ, ਮੁੰਦਰਾਂ ਪਾਣ ਨਾਲ, ਜੰਗਲਾਂ ਵਿੱਚ ਵਿਚਰਨ ਨਾਲ, ਗ੍ਰਸਤ ਨੂੰ ਛੱਡਣ ਨਾਲ, ਜਾਂ ਟੋਪੀਆਂ ਪਾਣ ਦੇ ਨਾਲ, ਜਾਂ ਸਮਾਧੀਆਂ ਲਾਣ ਦੇ ਨਾਲ ਰੱਬੀ ਹੁਕਮ ਤੋਂ ਬਾਹਰ ਕੁਝ ਨਹੀਂ ਕੀਤਾ ਜਾ ਸਕਦਾ। ਸੁਖ ਰੱਬੀ ਹੁਕਮ ਦੇ ਵਿੱਚ ਹੈ। ਇਸ ਲਈ ਨਾਨਕ ਗੁਰਮੁਖ ਨਾਮ ਸੰਭਾਲ ਕੀ ਐ ਜੋਗੀ, ਗੁਰੂ ਦੀ ਸ਼ਰਨ ਲੈ, ਗੁਰੂ ਤੋਂ ਗਿਆਨ ਦੀ ਦਾਤ ਪ੍ਰਾਪਤ ਕਰ, ਔਰ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਹੁਕਮ ਸੰਭਾਲ। ਰੱਬ ਦੇ ਕੁਦਰਤ ਦੇ ਨੇਮਾਂ ਨੂੰ ਸਮਝ, ਸਿਸਟਮ ਨੂੰ ਸਮਝ। ਸੁਖ ਔਰ ਦੁੱਖ ਸਿਸਟਮ ਕਰਕੇ ਹੈ, ਕਿਸਮਤ ਕਰਕੇ ਨਹੀਂ ਹੈ। ਇਸ ਲਈ ਰੱਬੀ ਹੁਕਮ ਨੂੰ ਸਮਝ, ਇਸ ਚੀਜ਼ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ। ਅਗਲੇ ਸਵਾਲ ਜੋਗੀ ਕਰ ਰਹੇ ਨੇ, ਕਵਨ ਸੋ ਗੁਪਤਾ ਕਵਨ ਸੋ ਮੁਕਤਾ। ਇੱਥੇ ਆਮ ਚਰਚਾ ਹੈ ਹੁਣ ਅੱਗੇ, ਕਿਸੇ ਖਾਸ ਜੋਗੀ ਦੇ, ਵਿਸ਼ੇਸ਼ ਜੋਗੀ ਦੇ ਨਹੀਂ, ਕੋਈ ਵੀ ਜੋਗੀ ਜਿਹੜਾ ਹੈ ਇੱਥੇ ਸਵਾਲ ਕਰ ਰਿਹਾ ਹੈ। ਕਵਨ ਸੋ ਗੁਪਤਾ, ਕੀ ਲੁਕਿਆ ਹੋਇਆ ਕੌਣ ਹੈ? ਕਵਨ ਸੋ ਮੁਕਤਾ, ਤੇ ਉਹ ਕੌਣ ਹੈ ਜਿਹੜਾ ਮੁਕਤ ਹੈ? ਕਵਨ ਸੋ ਗੁਪਤਾ, ਕਵਨ ਸੋ ਮੁਕਤਾ। ਇੱਥੇ ਬਹੁਤ ਸਾਰੇ ਸਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਉੱਤਰ ਨੇ, ਔਰ ਇਹ ਪੂਰੀ ਲੁਕਾਈ ਵਾਸਤੇ ਨੇ। ਗੁਪਤ ਕੌਣ ਹੈ ਔਰ ਮੁਕਤ ਕੌਣ ਹੈ? ਕਵਨ ਸੋ ਅੰਤਰ ਬਾਹਰ ਜੁਗਤਾ। ਜੁਗਤਾ ਦਾ ਮਤਲਬ ਜੁੜਿਆ ਹੋਇਆ। ਉਹ ਕੌਣ ਹੈ ਜੋ ਅੰਦਰੋਂ ਔਰ ਬਾਹਰੋਂ ਜੁੜਿਆ ਹੋਇਆ ਹੈ? ਯਾਨੀ ਜਿਸ ਦਾ ਮਨ ਵੀ ਤੇ ਸਰੀਰਕ ਇੰਦਰੀ ਵੀ ਮਿਲੇ ਹੋਏ ਨੇ, ਜੋ ਅੰਦਰੋਂ ਬਾਹਰੋਂ ਜੁੜਿਆ ਹੋਇਆ ਹੈ, ਜੋ ਅੰਦਰੋਂ ਬਾਹਰੋਂ ਇੱਕ ਹੈ, ਉਹ ਕੌਣ ਹੈ? ਅਗਲਾ ਸਵਾਲ ਕਰਦੇ ਨੇ ਪਏ, ਕਵਨ ਸੋ ਆਵੇ ਕਵਨ ਸੋ ਜਾਏ। ਕੌਣ ਆਉਂਦਾ ਹੈ ਔਰ ਕੌਣ ਜਾਂਦਾ ਹੈ? ਭਾਵ ਜੀਵਨ ਕੀ ਹੈ ਔਰ ਮੌਤ ਕੀ ਹੈ? ਆਉਂਦਾ ਕੌਣ ਹੈ ਤੇ ਜਾਂਦਾ ਕੌਣ ਹੈ? ਪਵਨ ਸੋ ਤ੍ਰਿਭਵਨ ਰਹਾ ਸਮਾਏ। ਤ੍ਰਿਭਵਨ ਦਾ ਮਤਲਬ ਤਿੰਨਾਂ ਭਵਨਾਂ ਦੇ ਮਾਲਕ ਵਿੱਚ, ਤ੍ਰਿਭਵਨ ਵਿੱਚ। ਰਹਾ ਸਮਾਏ ਦਾ ਮਤਲਬ ਸਮਾਇਆ ਹੋਇਆ ਹੈ। ਤ੍ਰਿਲੋਕੀ ਦੇ ਨਾਥ ਵਿੱਚ ਲੀਨ ਕੌਣ ਹੈ? ਕੌਣ ਹੈ ਜੋ ਰੱਬ ਦੇ ਅੰਦਰ ਸਮਾਇਆ ਹੋਇਆ ਹੈ? ਤੇ ਦੂਜਾ ਵਿਦਵਾਨ ਇਸ ਦਾ ਅਰਥ ਇਹ ਵੀ ਲੈਂਦੇ ਨੇ ਕਿ ਉਹ ਕੌਣ ਹੈ ਜੋ ਤਿੰਨਾਂ ਜਹਾਨਾਂ ਵਿੱਚ ਵਿਆਪਕ ਹੈ। ਪਰ ਜ਼ਿਆਦਾ ਇੱਥੇ ਬੈਟਰ ਹੈ ਕਿ ਉਹ ਕੌਣ ਹੈ ਜੋ ਰੱਬ ਦੇ ਅੰਦਰ ਸਮਾਇਆ ਹੋਇਆ ਹੈ, ਜੋ ਤ੍ਰਿਲੋਕੀ ਦੇ ਅੰਦਰ ਸਮਾਇਆ ਹੋਇਆ ਹੈ। ਉਹ ਬੰਦਾ ਕੌਣ ਹੈ? ਉਹਦੀ ਨਿਸ਼ਾਨੀ ਕੀ ਹੈ? ਤਾਂ ਗੁਰੂ ਜੀ ਇਸ ਦਾ ਉੱਤਰ ਦੇ ਰਹੇ ਨੇ, ਘਟ ਘਟ ਗੁਪਤਾ ਗੁਰਮੁਖ ਮੁਕਤਾ। ਉਹ ਪ੍ਰਭੂ ਜੋ ਹਰ ਸਰੀਰ ਵਿੱਚ ਮੌਜੂਦ ਹੈ, ਉਹ ਗੁਪਤ ਹੈ। ਪਵਨ ਸੋ ਗੁਪਤਾ ਸੀ ਨਾ, ਕਿ ਗੁਪਤ ਕੌਣ ਹੈ, ਲੁਕਿਆ ਹੋਇਆ ਕੌਣ ਹੈ। ਹੁਣ ਘਟ ਘਟ ਦਾ ਮਤਲਬ ਹਰ ਸਰੀਰ ਵਿੱਚ, ਹਰ ਹਿਰਦੇ ਦੇ ਅੰਦਰ ਜੋ ਹੈ ਉਹ ਲੁਕਿਆ ਹੋਇਆ ਹੈ, ਉਹ ਗੁਪਤ ਹੈ। ਔਰ ਹਕੀਕਤ ਹੈ ਕਿ ਸਾਡੇ ਅੰਦਰ ਰੱਬੀ ਗੁਣ ਮੌਜੂਦ ਨੇ, ਪਰ ਲੁਕੇ ਹੋਏ ਨੇ, ਪ੍ਰਗਟ ਨਹੀਂ ਨਾ। ਜਿਵੇਂ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ ਕਿ ਸਾਡੇ ਅੰਦਰ ਸੱਚ ਵੀ ਹੈ, ਦਇਆ ਵੀ ਹੈ, ਪ੍ਰੇਮ ਵੀ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ,
ਇਹ ਸਾਰੇ ਗੁਣ ਸਾਡੇ ਵਿੱਚ ਮੌਜੂਦ ਨੇ ਨਾ, ਪਰ ਅਸੀਂ ਇਹਨਾਂ ਨੂੰ ਪ੍ਰਗਟ ਨਹੀਂ ਕੀਤਾ ਹੈ। ਪ੍ਰਗਟ ਨਹੀਂ ਹਨ ਕਿਤੇ ਵੀ, ਕੁਝ ਚੰਦ ਲੋਕਾਂ ਦੇ ਅੰਦਰ ਪ੍ਰਗਟ ਨੇ, ਤੇ ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਹੈਨ ਵਿਰਲੇ ਨਾ ਹੀ ਕਨੇ ਫੈਲ ਫਕੜ ਸੰਸਾਰ। ਵਿਰਲੇ ਵਿਰਲੇ ਇਨਸਾਨ ਹੈ ਨੇ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਨੇ ਆਪਣੇ ਅੰਦਰੋਂ ਇਹਨਾਂ ਚੀਜ਼ਾਂ ਨੂੰ ਪ੍ਰਗਟ ਕੀਤਾ ਹੈ। ਹੁਣ ਗੁਪਤ ਉਹ ਹੈ ਜੋ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਹੈ। ਉਹ ਕਿਤੇ ਵੱਖਰਾ ਨਹੀਂ ਬੈਠਾ, ਆਕਾਸ਼ ਵਿੱਚ ਨਹੀਂ ਬੈਠਾ, ਸੱਚਖੰਡ ਵਿੱਚ ਨਹੀਂ ਬੈਠਾ, ਜੰਨਤ ਵਿੱਚ ਨਹੀਂ ਬੈਠਾ, ਸਵਰਗ ਵਿੱਚ ਨਹੀਂ ਬੈਠਾ, ਕੋਈ ਵੱਖਰਾ ਬੈਕੁੰਠ ਧਾਮ ਨਹੀਂ ਹੈ। ਘਟ ਘਟ ਹਰ ਹਿਰਦੇ ਦੇ ਅੰਦਰ ਹੀ ਗੁਪਤ ਵਰਤ ਰਿਹਾ ਹੈ। ਤਾਂ ਉਹਨੂੰ ਪ੍ਰਗਟ ਕਰਨਾ ਹੈ। ਉਹਨੂੰ ਪ੍ਰਗਟ ਕਰਨ ਦਾ ਮਤਲਬ ਇਹ ਨਹੀਂ ਕਿ ਅੰਦਰ ਕਿਤੇ ਦਸਮ ਦੁਆਰ ਵਿੱਚ ਜੋਤ ਜਗੇਗੀ, ਜਾਂ ਚਾਨਣ ਦਿਸੇਗਾ, ਜਾਂ ਬੰਸਰੀ ਵੱਜੇਗੀ, ਜਾਂ ਢੋਲਕੀਆਂ ਦੀ ਆਵਾਜ਼ ਆਏਗੀ। ਗੁਣ ਨੇ ਅੰਦਰ, ਸੁਭਾਅ ਹੈ ਅੰਦਰ, ਗੁਣਾ ਰਾਹੀਂ ਪ੍ਰਗਟ ਹੋਣਾ ਹੈ, ਗੁਣਾ ਰਾਹੀਂ ਪ੍ਰਗਟ ਕਰਨਾ ਹੈ। ਕੋਈ ਵੀ ਆਪਣੇ ਸੁਭਾਅ ਦੇ ਵਿੱਚ ਉਹਨੂੰ ਪ੍ਰਗਟ ਕਰ ਸਕਦਾ ਹੈ, ਗੁਣਾਂ ਨੂੰ, ਸੱਚ ਨੂੰ, ਦਇਆ ਨੂੰ, ਪ੍ਰੇਮ ਨੂੰ। ਹਰ ਥਾਂ ਤੇ ਗੁਪਤ ਵਰਤ ਰਿਹਾ ਹੈ, ਔਰ ਇਹਦੇ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ, ਕੋਈ ਵੀ ਨਹੀਂ ਇਨਕਾਰੀ ਹੋ ਸਕਦਾ। ਤਾਂ ਗੁਰੂ ਜੀ ਕਹਿ ਰਹੇ ਨੇ ਕਿ ਇਹ ਜੋਗੀ ਬਾਹਰ ਜੰਗਲਾਂ ਵਿੱਚ ਜਾ ਕੇ ਲੱਭਣ ਦੀ ਕੀ ਲੋੜ ਹੈ। ਉਹਨਾਂ ਗੁਣਾਂ ਨੂੰ ਤੇ ਕਿਤੇ ਵੀ ਪ੍ਰਗਟ ਕੀਤਾ ਜਾ ਸਕਦਾ ਨਾ। ਗੁਰਮੁਖ ਮੁਕਤਾ, ਮੁਕਤ ਕੌਣ ਹੈ? ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਉਹ ਬੰਦਾ ਮੁਕਤ ਹੈ। ਬਾਕੀ ਬੰਧਨ ਵਿੱਚ ਨੇ। ਹੁਣ ਦੇਖੋ ਮੁਕਤ ਕੌਣ ਹੈ? ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਕਿੰਨੇ ਪਿਆਰੇ ਬਚਨ ਨੇ। ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਮੁਕਤ ਉਹ ਹੈ ਜੋ ਕਿਸੇ ਦੀ ਬਦਖੋਈ ਨਹੀਂ ਕਰਦਾ ਝੂਠੀ, ਜੋ ਕਿਸੇ ਦੀ ਚਾਪਲੂਸੀ ਨਹੀਂ ਕਰਦਾ, ਸੱਚ ਦਾ ਧਾਰ ਨਹੀਂ ਹੈ, ਜੋ ਬੇਗਾਨੇ ਹੱਕ ਨਹੀਂ ਖਾਂਦਾ, ਉਹ ਬੰਦਾ ਮੁਕਤ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਅਸੀਂ ਪਿੱਛੇ ਵਿਚਾਰ ਰਹੇ ਹਾਂ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨਹਿ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਾਗਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਤਿਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਤਾਂ ਮੁਕਤ ਕੌਣ ਹੈ? ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਉਹ ਬੰਦਾ ਜੀਵਨ ਮੁਕਤ ਹੈ। ਹੁਣ ਦੇਖੋ ਕਿੰਨਾ ਸੌਖਾ ਰਾਸਤਾ ਹੈ ਮੁਕਤੀ ਦਾ। ਇੱਥੇ ਸਾਡੀਆਂ ਕਿੰਨੇ ਵੱਡੀਆਂ ਜਿਹੜੀਆਂ ਗੁੰਝਲਾਂ ਨੇ ਉਹ ਹੱਲ ਹੋ ਰਹੀਆਂ ਨੇ, ਸੋਲਵ ਹੋ ਰਹੀਆਂ ਨੇ, ਕਿ ਮੁਕਤੀ ਮਰਨ ਤੋਂ ਬਾਅਦ ਨਹੀਂ ਹੈ। ਵਿਕਾਰਾਂ ਤੋਂ ਮੁਕਤ ਹੋਣਾ ਹੀ ਮੁਕਤੀ ਹੈ। ਆਪਣਾ ਖਹਿੜਾ ਮਾਰੇ ਸੁਭਾਅ ਤੋਂ ਛਡਾ ਕੇ ਚੰਗਾ ਸੁਭਾਅ ਬਣਾ ਲੈਣਾ, ਗੁਣਾਂ ਵਾਲਾ ਸੁਭਾਅ, ਗੁਣਾਂ ਵਾਲੀ ਸੋਚ, ਨਿਰਲੇਪਤਾ। ਐਸੇ ਜੀਵਨ ਦੇ ਵਿੱਚ ਮੁਕਤ ਹੋਣਾ ਹੈ ਵਿਕਾਰਾਂ ਤੋਂ। ਤੇ ਜਿਹੜਾ ਬੰਦਾ ਵਿਕਾਰਾਂ ਤੋਂ ਮੁਕਤ ਹੋ ਜਾਏਗਾ, ਉਹ ਬੰਦੇ ਦੀ ਦੁੱਖਾਂ ਤੋਂ ਵੀ ਖਲਾਸੀ ਹੋ ਜਾਏਗੀ। ਉਹਦਾ ਜੀਵਨ ਇਹ ਨਰਕ ਨਹੀਂ ਬਣੇਗਾ, ਉਹਦਾ ਇਹ ਜੀਵਨ ਸਵਰਗ ਹੋ ਜਾਏਗਾ, ਕਿਉਂਕਿ ਉਹਦੇ ਅੰਦਰ ਸ਼ੁਭ ਗੁਣ ਹੋਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਘਟ ਘਟ ਦੇ ਅੰਦਰ ਸਮਾਇਆ ਹੋਇਆ ਗੁਪਤ ਹੈ, ਔਰ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਮੁਕਤ ਹੈ। ਕਦੇ ਵੀ ਕਰਮ ਕਾਂਡ ਕਰਨ ਵਾਲਾ ਬੰਦਾ ਮੁਕਤ ਨਹੀਂ ਹੁੰਦਾ। ਚਾਹੇ ਤੀਰਥਾਂ ਤੇ ਨਹਾ ਲਓ, ਸਮਾਧੀਆਂ ਲਾ ਲਓ, ਮਾਲਾ ਫੇਰ ਲਓ, ਜਾਂ ਹੋਰ ਕਰਮ ਕਾਂਡ ਕਰ ਲਓ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀਣ ਵਾਲਾ, ਬਿਲਕੁਲ ਐਸੇ ਜਹਾਨ ਦੇ ਅੰਦਰ, ਐਸੇ ਜੀਵਨ ਦੇ ਅੰਦਰ ਹੀ ਉਹ ਮੁਕਤ ਹੈ। ਅੰਤਰ ਬਾਹਰ ਸ਼ਬਦ ਸੋ ਜੁਗਤਾ। ਹੁਣ ਸਵਾਲ ਸੀ ਨਾ ਕਿ ਕਿਹੜਾ ਅੰਦਰੋਂ ਬਾਹਰੋਂ ਜੁੜਿਆ ਹੋਇਆ ਹੈ। ਜੋ ਮਨੁੱਖ ਗੁਰੂ ਸ਼ਬਦ ਵਿੱਚ ਜੁੜਿਆ ਹੈ, ਜੁਗਤਾ ਦਾ ਮਤਲਬ ਜੁੜਿਆ, ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ। ਸ਼ਬਦ ਵਿੱਚ ਜੋ ਗੁਰੂ ਸ਼ਬਦ ਵਿੱਚ ਜੁੜਿਆ ਹੈ, ਉਹ ਅੰਦਰੋਂ ਬਾਹਰੋਂ ਰੱਬ ਦੇ ਨਾਲ ਹੀ ਜੁੜਿਆ ਹੋਇਆ ਹੈ। ਅੰਤਰ ਬਾਹਰ ਸ਼ਬਦ ਸੋ ਜੁਗਤਾ, ਜੋ ਅੰਦਰੋਂ ਬਾਹਰੋਂ ਪ੍ਰਭੂ ਦੇ ਨਾਲ ਸ਼ਬਦ ਵਿੱਚ ਜੁੜਿਆ ਹੈ, ਉਹੀ ਅੰਦਰੋਂ ਬਾਹਰੋਂ ਰੱਬ ਦੇ ਨਾਲ ਜੁੜਿਆ ਹੋਇਆ ਹੈ, ਰੱਬ ਦੇ ਨਾਲ ਮਿਲਿਆ ਹੋਇਆ ਹੈ। ਹੁਣ ਦੇਖੋ ਸਾਡੀ ਕਿੱਡੀ ਵੱਡੀ ਇੱਕ ਸਵਾਲ ਸਾਡਾ ਵੀ ਹੈ, ਸਾਰੀ ਮਨੁੱਖਤਾ ਦਾ ਹੈ, ਜੋਗੀਆਂ ਦਾ ਵੀ ਸੀ, ਔਰ ਖਾਸ ਕਰਕੇ ਸਾਡਾ ਇਸ ਜੀਵਨ ਦੇ ਅੰਦਰ, ਇਸ ਯੁੱਗ ਦੇ ਅੰਦਰ, ਇਸ ਸਮੇਂ ਦੇ ਅੰਦਰ ਸਾਡਾ ਵੀ ਬੜਾ ਵੱਡਾ ਸਵਾਲ ਹੈ ਕਿ ਰੱਬ ਦੇ ਨਾਲ ਜੁੜਨਾ ਕੀ ਹੈ।
ਅੰਤਰ ਬਾਹਰ ਸ਼ਬਦ ਸੁਜੁਗਤਾ, ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ ਸ਼ਬਦ ਵਿੱਚ, ਤੇ ਸ਼ਬਦ ਦਾ ਮਤਲਬ ਹੈ ਉਪਦੇਸ਼, ਫਿਲਾਸਫੀ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਜੋ ਗੁਰੂ ਸ਼ਬਦ ਵਿੱਚ ਜੁੜਿਆ ਹੋਇਆ ਹੈ ਉਹ ਰੱਬ ਦੇ ਨਾਲ ਜੁੜਿਆ ਹੈ, ਉਹਨੇ ਰੱਬ ਦੀ ਪ੍ਰਾਪਤੀ ਕਰ ਲਈ ਹੈ। ਤਾਂ ਇਹਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਹੀ ਰੱਬ ਦੀ ਭਗਤੀ ਹੈ। ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਆਪਣੀ ਸੁਰਤ ਨੂੰ ਰੱਬੀ ਗੁਣਾਂ ਵਿੱਚ ਲੀਨ ਕਰ ਦੇਣਾ ਹੀ ਰੱਬ ਦੇ ਵਿੱਚ ਲੀਨ ਹੋ ਜਾਣਾ ਹੈ। ਜਿਹੜਾ ਸ਼ਬਦ ਨਾਲ ਜੁੜਿਆ ਹੈ ਅੰਦਰੋਂ ਬਾਹਰੋਂ, ਜਿਸ ਦੀ ਮਾਨਸਿਕਤਾ ਵਿੱਚ ਵੀ ਗੁਰੂ ਉਪਦੇਸ਼ ਹੈ, ਔਰ ਜੋ ਤਨ ਕਰਕੇ ਵੀ ਗੁਰਮਤ ਵਾਲੇ ਕਰਮ ਕਰਦਾ ਹੈ, ਉਹ ਰੱਬ ਦੇ ਨਾਲ ਜੁੜਿਆ ਹੈ, ਅੰਦਰੋਂ ਬਾਹਰੋਂ ਜੁੜਿਆ ਹੈ। ਉਹ ਅੰਦਰੋਂ ਬਾਹਰੋਂ ਇੱਕ ਹੈ, ਉਹਦਾ ਵਿਹਾਰ ਸਾਰਿਆਂ ਦੇ ਨਾਲ ਇੱਕ ਹੈ। ਉਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਹੀਂ ਹੈ, ਉਹਦੀ ਦ੍ਰਿਸ਼ਟੀ ਇੱਕ ਹੈ। ਤਾਂ ਗੁਰੂ ਸ਼ਬਦ ਦੇ ਨਾਲ ਜੁੜ ਜਾਣਾ ਹੀ ਰੱਬ ਦੇ ਨਾਲ ਜੁੜ ਜਾਣਾ ਹੈ। ਰੱਬ ਕੋਈ ਉੱਤੇ ਬੈਠਾ ਹੋਇਆ ਵੱਖਰਾ ਨਹੀਂ, ਜਿਹੜਾ ਸੱਚਖੰਡ ਵਿੱਚ ਬੈਠਾ ਹੈ ਜਾਂ ਜੰਨਤ ਵਿੱਚ ਬੈਠਾ ਹੈ ਜਾਂ ਸਵਰਗ ਵਿੱਚ ਬੈਠਾ ਹੈ ਜਾਂ ਬੈਕੁੰਠ ਧਾਮ ਵਿੱਚ ਬੈਠਾ ਹੈ ਤੇ ਉੱਤੋਂ ਉਤਰ ਕੇ ਉਹਨੇ ਸਾਨੂੰ ਦਰਸ਼ਨ ਦੇਣੇ ਨੇ ਜਾਂ ਅਸੀਂ ਮਰਨ ਤੋਂ ਬਾਅਦ ਉਹਦੇ ਵਿੱਚ ਜਾ ਕੇ ਮਿਲਣਾ ਹੈ। ਐਸਾ ਨਹੀਂ ਹੈ। ਜਿਹੜਾ ਗੁਰੂ ਸ਼ਬਦ ਦੇ ਨਾਲ ਜੁੜ ਗਿਆ ਉਹ ਅੰਦਰੋਂ ਬਾਹਰੋਂ ਰੱਬ ਦੇ ਨਾਲ ਹੀ ਜੁੜਿਆ ਹੋਇਆ ਹੈ। ਤਾਂ ਜੇ ਅਸੀਂ ਰੱਬੀ ਮਿਲਾਪ ਦਾ ਆਨੰਦ ਚਾਹੁੰਦੇ ਆ ਨਾ ਮਾਨਣਾ, ਤਾਂ ਉਹਦੇ ਵਾਸਤੇ ਇਹੀ ਜੁਗਤ ਤੇ ਇੱਕੋ ਹੀ ਜੋ ਜੋਗੀਆਂ ਨੂੰ ਦੱਸੀ ਜਾ ਰਹੀ ਹੈ ਕਿ ਗੁਰੂ ਗਿਆਨ ਦੇ ਨਾਲ ਜੁੜਨਾ ਹੈ। ਮੁਕੰਮਲ ਜ਼ਿੰਦਗੀ ਸਾਡੀ, ਸਾਡੇ ਬੋਲ, ਸਾਡਾ ਵਿਹਾਰ, ਸਾਡੀ ਮਾਨਸਿਕਤਾ ਗੁਰਮਤ ਅਨੁਸਾਰੀ ਹੋਣੀ ਚਾਹੀਦੀ ਹੈ। ਇਸੇ ਨੂੰ ਸਚਿਆਰ ਕਹਿੰਦੇ ਨੇ ਤੇ ਉਹ ਸਚਿਆਰ ਹੀ ਰੱਬ ਦੇ ਅੰਦਰ ਮਿਲਿਆ ਹੋਇਆ ਹੈ। ਇਹਦਾ ਮਤਲਬ ਸਚਿਆਰ ਹੋ ਜਾਣਾ ਹੀ ਰੱਬ ਦਾ ਮਿਲਾਪ ਹੈ, ਕਿਉਂਕਿ ਰੱਬ ਵੀ ਸਚਿਆਰ ਹੈ ਨਾ। ਬਾਣੀ ਵਿੱਚ ਰੱਬ ਨੂੰ ਸਚਿਆਰ ਹੀ ਆਖਿਆ ਹੈ, ਤੂੰ ਕਰਤਾ ਸਚਿਆਰ ਮਹਿੰਦਾ ਸਾਈਂ, ਤੇ ਅਸੀਂ ਵੀ ਸਚਿਆਰ ਬਣਨਾ ਹੈ। ਤੇ ਜੋ ਮਨ ਬਚਨ ਕਰਮ ਕਰਕੇ ਸੱਚਾ ਹੈ ਉਹ ਸਚਿਆਰ ਹੈ। ਇਹਦਾ ਮਤਲਬ ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋ ਜਾਣਾ ਹੀ ਰੱਬ ਦੀ ਪ੍ਰਾਪਤੀ ਹੈ। ਅਗਲਾ ਬਚਨ ਕਰਦੇ ਨੇ, ਮਨਮੁਖ ਬਿਨਸੈ ਆਵੇ ਜਾਏ। ਮਨਮੁਖ ਦਾ ਮਤਲਬ ਮਨ ਦੇ ਪਿੱਛੇ ਤੁਰਨ ਵਾਲਾ। ਸਵਾਲ ਸੀ ਨਾ, ਕਵਨ ਸੋ ਆਵੇ ਕਵਨ ਸੋ ਜਾਏ, ਵੀ ਕੌਣ ਆਉਂਦਾ ਤੇ ਕੌਣ ਜਾਂਦਾ ਹੈ। ਆਣਾ ਜਾਣਾ ਦਾ ਮਤਲਬ ਭਟਕਣਾ, ਆਵਾਗਮਨ ਦਾ ਮਤਲਬ ਭਟਕਣਾ। ਆਪਾਂ ਲਿਖਿਆ ਸੀ ਨਾ ਸ਼ਬਦ ਆਵਾਗਮਨ, ਭਟਕਣਾ। ਮਨਮੁਖ ਬਿਨਸੈ, ਬਿਨਸੇ ਦਾ ਮਤਲਬ ਆਤਮਕ ਮੌਤੇ ਮਰ ਜਾਂਦਾ ਹੈ। ਮਨਮੁਖ ਦਾ ਮਤਲਬ ਜੋ ਆਪ ਖੁਦਰਾ ਹੈ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ। ਜਿਹੜਾ ਆਪ ਖੁਦਰਾ ਮਨੁੱਖ ਹੈ ਨਾ, ਉਹ ਸਮਾਜਿਕ ਨਿਯਮਾਂ ਨੂੰ ਵੀ ਤੋੜੇਗਾ, ਧਰਮ ਦੇ ਨਿਯਮਾਂ ਨੂੰ ਵੀ ਤੋੜੇਗਾ, ਦੇਸ਼ ਦੇ ਕਾਨੂੰਨਾਂ ਨੂੰ ਵੀ ਤੋੜੇਗਾ। ਐਸੇ ਬੰਦਿਆਂ ਨੂੰ ਟ੍ਰੈਫਿਕ ਦੇ ਵਿੱਚ ਵੇਖੋਗੇ ਤੇ ਉੱਥੇ ਵੀ ਉਹ ਨਿਯਮਾਂ ਨੂੰ ਤੋੜ ਰਹੇ ਹੋਣਗੇ। ਭਾਵ ਕਿ ਜਿਹੜਾ ਆਪ ਖੁਦਰਾ ਮਨੁੱਖ ਹੈ ਉਹ ਕਿਸੇ ਕਾਇਦੇ ਕਾਨੂੰਨ ਵਿੱਚ ਰਹਿੰਦਾ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਜੋ ਮਨਮੁਖ ਹੈ, ਗੁਰੂ ਤੋਂ ਬੇਮੁਖ ਹੈ, ਗੁਰੂ ਗਿਆਨ ਦਾ ਧਾਰਨੀ ਨਹੀਂ ਹੈ, ਬਿਨਸੇ ਦਾ ਮਤਲਬ ਉਹ ਆਤਮਕ ਮੌਤੇ ਮਰ ਜਾਂਦਾ ਹੈ। ਉਹਦੇ ਅੰਦਰੋਂ ਇਨਸਾਨੀਅਤ ਮੁੱਕ ਜਾਂਦੀ ਹੈ, ਉਹਦੀ ਜ਼ਮੀਰ ਮਰ ਜਾਂਦੀ ਹੈ, ਕਿਉਂਕਿ ਉਹਨੇ ਸ਼ੁਭ ਗੁਣਾਂ ਦੇ ਧਾਰਨੀ ਉਹ ਨਹੀਂ ਹੋਇਆ। ਉਹਦੇ ਅੰਦਰ ਈਰਖਾ, ਦਵੈਸ਼, ਵੈਰ, ਵਿਰੋਧ ਹੈ। ਇਸ ਲਈ ਆਤਮਕ ਮੌਤੇ ਮਰ ਜਾਂਦਾ ਹੈ। ਤੇ ਆਵੇ ਜਾਏ ਦਾ ਮਤਲਬ ਉਹ ਸਾਰੀ ਜ਼ਿੰਦਗੀ ਭਟਕਣਾ ਵਿੱਚ ਪਿਆ ਰਹਿੰਦਾ ਹੈ। ਉਹਦੀ ਜ਼ਿੰਦਗੀ ਦਾ ਕੋਈ ਗੋਲ ਨਹੀਂ ਹੁੰਦਾ, ਉਹਦਾ ਕੋਈ ਉੱਚਾ ਸੁੱਚਾ ਗੋਲ ਨਹੀਂ ਹੁੰਦਾ। ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਦਾ ਕੋਈ ਉੱਚਾ ਗੋਲ ਨਹੀਂ, ਕੋਈ ਉੱਚਾ ਆਦਰਸ਼ ਨਹੀਂ, ਕੋਈ ਉੱਚਾ ਏਮ ਨਹੀਂ, ਔਰ ਉਹ ਭਟਕਣਾ ਦੇ ਵਿੱਚ ਪਿਆ ਹੋਇਆ, ਵਿਕਾਰਾਂ ਦੇ ਵਿੱਚ ਸਾਰੀ ਜ਼ਿੰਦਗੀ ਜੀਂਦਾ, ਆਤਮਕ ਮੌਤੇ ਮਰ ਜਾਂਦਾ ਹੈ। ਨਾਨਕ ਗੁਰਮੁਖ ਸਾਚ ਸਮਾਏ। ਗੁਰਮੁਖ ਦਾ ਮਤਲਬ ਜੋ ਗੁਰੂ ਅਨੁਸਾਰੀ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਸਾਚ ਸਮਾਏ, ਇੱਥੇ ਸਾਚ ਦੇ ਚੱਚੇ ਨਾਲ ਸਿਹਾਰੀ ਹੈ। ਸੱਚ ਵਿੱਚ ਉਹ ਬੰਦਾ ਸੱਚ ਦੇ ਅੰਦਰ ਸਮਾ ਜਾਂਦਾ ਹੈ, ਉਹ ਸੱਚ ਦਾ ਰੂਪ ਹੋ ਜਾਂਦਾ ਹੈ। ਸੱਚ ਨੂੰ ਹੀ ਗੁਰੂ ਜੀ ਰੱਬ ਕਹਿ ਰਹੇ ਨੇ। ਉਹ ਸੱਚ ਦੇ ਅੰਦਰ ਸਮਾ ਜਾਂਦਾ ਹੈ, ਉਹ ਸੱਚ ਦੇ ਅੰਦਰ ਲੀਨ ਹੋ ਜਾਂਦਾ ਹੈ। ਉਹਦੇ ਅੰਦਰ ਔਰ ਪ੍ਰਭੂ ਦੇ ਅੰਦਰ ਕੋਈ ਫਰਕ ਨਹੀਂ ਰਹਿੰਦਾ। ਆਤਮਕ ਤੌਰ ਤੇ ਉਹ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਸੱਚ ਦੇ ਅੰਦਰ ਸਦਾ ਲਈ ਸਮਾ ਜਾਂਦਾ ਹੈ। ਉਹ ਮਨ ਬਚਨ ਕਰਮ ਕਰਕੇ ਸੱਚਾ ਹੋ ਜਾਂਦਾ ਹੈ।
ਉਹਦੀ ਭਟਕਣਾ ਮੁੱਕ ਜਾਂਦੀ ਹੈ, ਉਹਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਂਦੀ ਹੈ, ਉਹਨੂੰ ਹਰ ਚਾਰ ਚੁਫੇਰੇ ਇੱਕੋ ਹੀ ਨਜ਼ਰੀ ਪੈਂਦਾ ਹੈ, ਉਹਦੀ ਮਾਨਸਿਕਤਾ ਵਿੱਚ ਮੇਰ ਤੇਰ ਦੇ ਵਿਤਕਰੇ ਨਹੀਂ ਰਹਿ ਜਾਂਦੇ। ਕਿਤੇ ਜੋ ਗੁਰਮੁਖ ਹੈ, ਜੋ ਗੁਰੂ ਅਨੁਸਾਰੀ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ। ਅਗਲੀ ਵਿਚਾਰ ਅਸੀਂ ਕੱਲ ਨੂੰ ਕਰਾਂਗੇ। ਅੱਜ ਇਹ 13ਵੀਂ ਪੌੜੀ ਹੈ। 14ਵੀਂ ਪੌੜੀ ਦੀ ਵਿਚਾਰ ਜੋ ਹੈ ਅਸੀਂ ਕੱਲ ਕਰਨ ਦਾ ਯਤਨ ਕਰਾਂਗੇ। ਅੱਗੇ ਵੀ ਬੜੇ ਕੀਮਤੀ ਸਵਾਲ ਨੇ ਜਿਨ੍ਹਾਂ ਦੇ ਜਵਾਬ ਗੁਰੂ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਦਿੱਤੇ ਹਨ ਔਰ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਹੈ। ਤਾਂ ਗੁਰੂ ਸਾਹਿਬ ਜੀ ਰਹਿਮਤ ਕਰਨ ਅਸੀਂ ਇਸ ਪਾਵਨ ਬਾਣੀ ਤੋਂ ਬਹੁਤ ਵੱਡਾ ਲਾਭ ਲੈ ਸਕੀਏ ਔਰ ਆਪਣੇ ਜੀਵਨ ਦੇ ਅੰਦਰ ਇੱਕ ਤਬਦੀਲੀ ਜਿਹੜੀ ਹੈ ਉਹ ਲਿਆ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਅਗਲੀ ਕਾਰਵਾਈ ਹੁਣ ਭਾਈ ਤਰਲੋਚਨ ਸਿੰਘ ਜੀ ਵੀਰ ਜੀ ਕਰਨਗੇ, ਉਹ ਅਨਮਿਊਟ ਹੋ ਗਏ ਨੇ। ਤਾਂ ਮੈਂ ਇੰਨੀ ਬੇਨਤੀ ਕਰਾਂਗਾ ਕਿ ਜੇ ਕਿਸੇ ਵੀਰ ਭੈਣ ਨੇ ਅੱਜ ਦੀ ਇਸ ਵਿਚਾਰ ਵਿੱਚ ਸਵਾਲ ਪੁੱਛਣਾ ਹੈ ਤਾਂ ਉਹ ਆਪਣਾ ਸਵਾਲ ਵੀ ਕਰ ਸਕਦਾ ਹੈ। ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਵਿਊਜ਼ ਦੇ ਸਕਦਾ ਹੈ। ਤਾਂ ਵੀਰ ਜੀ ਨੂੰ ਬਾਰ-ਬਾਰ ਨਾ ਕਹਿਣਾ ਪਵੇ, ਇਸ ਲਈ ਜਿਨ੍ਹਾਂ ਨੇ ਕੋਈ ਸਵਾਲ ਪੁੱਛਣਾ ਹੈ ਅੱਜ ਦੀ ਵਿਚਾਰ ਸੰਬੰਧੀ ਜਾਂ ਕਿਸੇ ਨੇ ਵਿਊਜ਼ ਦੇਣਾ ਤਾਂ ਉਹ ਅਨਮਿਊਟ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ। ਤੇ ਜਿੱਦਾਂ ਆਪ ਜੀ ਨੇ ਦੱਸਿਆ ਹੀ ਆ ਕਿ ਸਾਰੇ ਜਣੇ ਅਨਮਿਊਟ ਹੋ ਜਾਓ ਜਿਨ੍ਹਾਂ ਨੇ ਵੀ ਸਵਾਲ ਪੁੱਛਣੇ ਆ ਕੋਈ। ਤੇ ਸਾਡੇ ਨਾਲ ਭੈਣ ਸਤਵੰਤ ਕੌਰ ਸਭ ਤੋਂ ਪਹਿਲਾਂ ਅਨਮਿਊਟ ਆ। ਹੋਰ ਵੀ ਕਿਸੇ ਨੇ ਹੋਣਾ ਹੋਵੇ ਤਾਂ ਹੁਣੇ ਹੋ ਜਾਓ ਜੀ, ਕਿਉਂਕਿ ਮੈਨੂੰ ਕਈ ਫਿਰ ਮੁੜ ਕੇ ਇਹੀ ਕਹਿਣਾ ਪੈਂਦਾ ਵੀ ਤੁਸੀਂ ਅਨਮਿਊਟ ਹੋਵੋ। ਇੱਥੋਂ ਮੈਂ ਇਹ ਸਮਝੂੰਗਾ ਵੀ ਹੋਰ ਕਿਸੇ ਨੂੰ ਕੋਈ ਕੁਐਸਚਨ ਨਹੀਂ ਪੁੱਛਣਾ। ਹਾਂਜੀ ਸਤਵੰਤ ਕੌਰ ਜੀ। ਹਾਂਜੀ ਭਾਈ ਸਾਹਿਬ, ਤੁਸੀਂ ਬਸੋਲੇ ਦਾ ਅਰਥ ਤਾਂ ਦੱਸਿਆ, ਇੱਕ ਵਾਰੀ ਫੇਰ ਦੱਸ ਦਿਓ, ਬਸੋਲੇ ਹੈ ਕਿ ਵਸੋਲੇ ਹੈ? ਬਸੋਲੇ ਕੇ ਕਾਮ ਕ੍ਰੋਧ ਕਰੋ, ਬਸੋਲੇ ਬਸੋਲੇ ਹੈ ਬਸ। ਹਾਂ ਮੈਂ ਹਾਂਜੀ ਪਤਾ ਕਰਨਾ ਸੀ ਵੀ ਵਾਹ ਹੈ ਕਿ ਬੱਬਾ ਹੈ? ਬੱਬਾ ਹੈ, ਲੇਕਿਨ ਉਹਨੂੰ ਆਮ ਭਾਸ਼ਾ ਵਿੱਚ ਨਾ ਕਈ ਥਾਵਾਂ ਤੇ ਵਸੋਲੇ ਔਰ ਕਸੋਲੇ ਵੀ ਕਹਿ ਦਿੰਦੇ ਨੇ। ਬਾਣੀ ਵਿੱਚ ਜਿਹੜਾ ਲਿਖਿਆ ਬਸੋਲੇ ਲਿਖਿਆ, ਕਾਮ ਕ੍ਰੋਧ ਕਰੋ ਬਸੋਲੇ। ਅੱਛਾ, ਬਸੋਲੇ ਹੈ ਕੀ ਹੈ? ਤੁਸੀਂ ਦੱਸਿਆ ਕਿ ਕਿਸਾਨ ਦਾ ਕੋਈ ਇੰਸਟਰੂਮੈਂਟ ਹੈ ਜਿਹਦੇ ਨਾਲ ਉਹ ਨਦੀਨਾਂ ਨੂੰ ਪੁੱਟਦਾ ਹੈ। ਤੁਸੀਂ ਕਈ ਸਮਝਦੇ ਹੋ ਨਾ, ਜਿਹਦੇ ਨਾਲ ਕਈ ਨਾਲ ਮਿੱਟੀ ਪੁੱਟੀ ਦੀ ਹੈ। ਅੱਛਾ ਕਈ ਦਾ ਪਤਾ ਹੈ? ਹਾਂਜੀ। ਕਈ ਦਾ ਦਸਤਾ ਛੋਟਾ ਹੁੰਦਾ ਹੈ ਤੇ ਕਈ ਅੱਗੋਂ ਚੌੜੀ ਹੁੰਦੀ ਹੈ ਕਾਫੀ। ਹਾਂਜੀ। 16 ਜਿੰਨਾ ਕੁ ਮੇਰਾ ਹੱਥ ਹੈ, ਹਾਂਜੀ, ਇੰਨਾ ਕੁ ਚੌੜਾ ਹੁੰਦਾ ਹੈ। ਹਾਂਜੀ, ਤੇ ਇੰਨਾ ਕੀ ਲੰਬਾ ਹੁੰਦਾ ਤੇ ਉਹਦੇ ਵਿੱਚ ਡੰਡਾ ਕਾਫੀ ਲੰਬਾ ਹੁੰਦਾ ਹੈ। ਅੱਛਾ, ਉਹਦੇ ਨਾਲ ਬੰਦਾ ਸਿੱਧਾ ਖਲੋ ਕੇ ਹੀ ਗੋਡੀ ਜਾਂਦਾ ਕਣਕ, ਕਿਉਂਕਿ ਛੋਟੀ ਹੁੰਦੀ ਨਾ, ਸਾੜਾਂ ਛੋਟੀਆਂ ਹੁੰਦੀਆਂ ਨੇ। ਅੱਛਾ ਜੀ। ਤੇ ਉਹਦੇ ਵਿੱਚ ਗੋਡਣ ਵਾਸਤੇ ਹੁੰਦਾ ਉਹ, ਤੇ ਲੇਕਿਨ ਉਹਦਾ ਦਸਤਾ ਲੰਬਾ ਹੁੰਦਾ ਹੈ। ਇੱਥੇ ਕੋਈ ਮੈਨੂੰ ਇੰਗਲਿਸ਼ ਦਾ ਵਰਡ ਦੱਸ ਸਕਦਾ ਬਸੋਲੇ ਦਾ? ਇਹ ਤਾਂ ਫਿਰ ਭੈਣ ਗੂਗਲ ਤੋਂ ਸਰਚ ਕਰ ਲਿਓ ਜਾਂ ਤੇ। ਹਾਂ ਮੈਂ ਕਰ ਲਵਾਂਗੀ। ਓਕੇ, ਬਸ ਮੈਨੂੰ ਨਾ, ਮੈਂ ਕਿੰਨੀ ਦਫਾ ਪਾਠ ਕੀਤਾ ਤੇ ਇਹਦਾ ਮੀਨਿੰਗ ਵੀ ਪੜ੍ਹਿਆ, ਪਰ ਮੈਂ ਨਾ ਪਿਕਚਰ ਨਹੀਂ ਕਰ ਸਕੀ ਕਿ ਬਸੋਲਾ ਹੁੰਦਾ ਕੀ। ਅੱਜ ਤੁਸੀਂ ਨਾ ਦੱਸਿਆ ਤੇ ਇਹਨੂੰ ਇੰਦ ਸਮਝ ਲਓ, ਰੰਬਾ ਤੇ ਸਮਝਦੇ ਹੋ ਨਾ ਤੁਸੀਂ? ਹਾਂਜੀ। ਤੁਸੀਂ ਇਹਨੂੰ ਰੰਬਾ ਸਮਝ ਲਓ। ਅੱਛਾ ਜੀ, ਠੀਕ ਹੈ ਜੀ, ਧੰਨਵਾਦ। ਹਾਂਜੀ, ਧੰਨਵਾਦ ਜੀ। ਤੇ ਅਵਤਾਰ ਸਿੰਘ ਜੀ, ਤੁਸੀਂ ਅਨਮਿਊਟ ਹੋਏ। ਦੂਜੀ ਰਾਹ ਦੇ ਨਾਲ ਲੰਬਾ ਹੁੰਦੀ, ਉਹਦੀ ਹੈਂਡਲ ਲੰਬਾ ਹੁੰਦਾ, ਬੋਲੀ ਕਹਿੰਦੇ ਸਾਡੇ ਪਾਸੇ। ਐਵਰੇਜ ਦੇ ਨੇੜੇ ਹੋ ਕੇ ਬੋਲੋ, ਥੋੜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਉਹਨੂੰ ਜੀ ਜਿਹਦਾ ਛੱਲੀਆਂ ਨਹੀਂ ਗੁੱਡੀ ਦੀਆਂ ਜਾਂ ਕਣਕ ਗੁੱਡੀ ਦੀਆਂ, ਜਿਹਦੇ ਭੁੱਜੇ ਬਹਿ ਕੇ ਨਹੀਂ ਗੁੱਡ ਹੁੰਦਾ ਨਾ, ਉਹ ਖੜੇ ਏਦਾਂ ਗੁੱਡਦੇ, ਉਹਨੂੰ ਬੋਲੀ ਕਹਿੰਦੇ, ਬੋਲੀ। ਹਾਂਜੀ, ਉਹ ਇਲਾਕਿਆਂ ਦੇ ਵਿੱਚ ਵੱਖ-ਵੱਖ ਕਹਿੰਦੇ ਨੇ, ਕਿਤੇ ਕਸੋਲਾ ਕਹਿੰਦੇ ਨੇ, ਕਿਤੇ ਵਸੋਲਾ ਕਹਿੰਦੇ ਨੇ। ਜਿਵੇਂ ਹੁਣ ਤੁਸੀਂ ਬਹੋਲੀ ਕਹਿ ਰਹੇ ਹੋ, ਜਿਵੇਂ ਬਾਣੀ ਵਿੱਚ ਬਸੋਲਾ ਆਖਿਆ, ਤਾਂ ਉਹ ਇਲਾਕਿਆਂ ਦਾ ਫਰਕ ਉਹ ਹੈ। ਉਸ ਤਰ੍ਹਾਂ ਉਹ ਲੰਬਾ ਦਸਤਾ ਹੁੰਦਾ ਜਿਹੜਾ, ਜਿਵੇਂ ਤੁਸੀਂ ਦੱਸ ਰਹੇ ਹੋ। ਆਹੋ ਖੜੇ ਤੁਸੀਂ ਕਰ ਸਕਦੇ, ਜਾਨੀ ਪੁੰਜੇ ਬਹਿਣ ਦੀ ਲੋੜ ਨਹੀਂ ਹੁੰਦੀ। ਉਹਨਾਂ ਜਿਹਨਾਂ ਦੇ ਲੋਕਾਂ ਦੇ ਬਹਿ ਨਹੀਂ ਹੁੰਦਾ ਪੁੰਜੇ, ਉਹਦੇ ਵਾਸਤੇ ਆ ਜਾਣੀ ਵਧੀਆ। ਹਾਂਜੀ, ਖੜੇ ਹੋ ਕੇ ਗੋੜ ਸਕਦੇ। ਠੀਕ ਹੈ, ਧੰਨਵਾਦ ਜੀ ਅਵਤਾਰ ਸਿੰਘ ਜੀ। ਤੇ ਸਾਡੇ ਨਾਲ ਜਸਵੀਰ ਕੌਰ ਜੀ ਵੀ ਆਏ ਆ। ਤੇ ਮੈਂ ਆਪਣੇ ਦਵਿੰਦਰ ਸਿੰਘ ਤੁਸੀਂ ਵੀ ਅਨਮਿਊਟ ਹੋਏ ਸੀਗੇ, ਜੇ ਹੁਣ ਮੁੜ ਕੇ ਫਿਰ ਮਿਊਟ ਹੋ ਗਏ। ਜੇ ਤੁਸੀਂ ਕੋਈ ਗੱਲ ਕਰਨੀ ਤੁਸੀਂ ਅਨਮਿਊਟ ਹੋ ਜਾਇਓ। ਹਾਂ ਜਸਵੀਰ ਕੌਰ ਜੀ। ਆਂਟੀ ਜਿਹੜੇ ਨੇ ਸੰਤ ਇਹ ਕੇਨੀਆ ਤੋਂ ਆਏ ਨੇ? ਹਾਂਜੀ। ਓਕੇ, ਇਹਨਾਂ ਨੂੰ ਕੋਈ ਜੇਂਬੇ ਜਿਹੜੇ ਹੁੰਦੇ ਨਾ, ਜੇਂਬੇ ਵਰਗਾ ਹੁੰਦਾ ਹੈ ਇਹ। ਲਓ ਜੀ, ਤੁਹਾਨੂੰ ਤੁਹਾਡੀ ਭਾਸ਼ਾ ਦੇ ਵਿੱਚ ਹੀ ਮਿਲ ਗਿਆ ਸਤਵੰਤ ਕੌਰ ਜੀ। ਜੇਂਬੇ ਕਹਿੰਦੇ, ਜੇਂਬੇ। ਹੁਣ ਅੰਗਰੇਜ਼ੀ ਹਮਾਰੀ ਗਾਨੀ ਮਜ਼ਦੂਰੀ ਟੂ। हाँ, asante habari vizuri sana nasikia. Sasa wewe nasikia hiyo nini eh? Nasikia mwalimu huko ni mzuri sana.
ਇਹ ਲੈਂਗੁਏਜ ਲੈਸਨ ਨਹੀਂ ਜੀ ਹੈਗਾ, ਇਹ ਲੈਂਗੁਏਜ ਦਾ ਲੈਸਨ ਨਹੀਂ ਹੈਗਾ। ਤੇ ਤੁਹਾਨੂੰ ਸਿਰਫ ਇੱਕ ਕਹੀ ਦਾ ਜਿਹੜਾ ਕਨਵਰਜਨ ਸੀਗੀ ਨਾ, ਰੰਬੇ ਦੀ ਕਨਵਰਜਨ, ਉਹੀ ਕਰਨ ਨੂੰ ਕਿਹਾ ਸੀਗਾ। ਜਸਵੀਰ ਕੌਰ ਜੀ ਗੱਲਾਂ ਬਾਤਾਂ ਕਰਨ ਨੂੰ ਮੈਂ ਟੈਲੀਫੋਨ ਨੰਬਰ ਦਊਂਗਾ ਸਤਵੰਤ ਕੌਰ ਦਾ। ਮੈਂ ਇਹਨਾਂ ਨੂੰ ਸਹੇਲੀ ਚ ਕਿਹਾ ਕਿ ਮੇਰੇ ਵੱਡੇ ਭਾਗ ਨੇ ਕਿ ਮੈਂ ਭਾਈ ਸਾਹਿਬ ਦੀ ਕਥਾ ਸੁਣ ਰਹੀ ਹੈ ਤੇ ਮੈਨੂੰ ਬਹੁਤ ਆਨੰਦ ਆਇਆ। ਸਾਨੂੰ ਤਾਂ ਕੁਝ ਹੋਰ ਹੀ ਲੱਗੀ ਜਾਂਦਾ ਸੀਗਾ ਜੀ ਜਿਹੜੇ ਤੁਸੀਂ ਗੱਲਾਂ ਕਰਦੇ ਸੀਗੇ। ਸਾਨੂੰ ਏਦਾਂ ਹੀ ਹੁੰਦੀ ਆ, ਜੇ ਜਿਹੜੀ ਬੋਲੀ ਨਹੀਂ ਆਉਂਦੀ ਹੁੰਦੀ ਨਾ, ਉੱਥੇ ਸ਼ੱਕ ਪੈਣ ਲੱਗ ਪੈਂਦੀ ਆ। ਫਿਰ ਜਿਹੜੇ ਠੀਕ ਹੈ ਜੀ, ਜਿਹੜੇ ਆਪਾਂ ਗੋਰਿਆਂ ਦੇ ਕੋਲ ਬਹਿੰਦੇ ਆ ਨਾ, ਆਪਾਂ ਪੰਜਾਬੀ ਚ ਗੱਲ ਕਰਦੇ ਤਾਂ ਉਹ ਬੜੀਆਂ ਅੱਖਾਂ ਪਾੜ ਦੇ ਪਤਾ ਨਹੀਂ ਗਾਲਾਂ ਹੀ ਕੱਢੀ ਜਾਂਦਾ। ਠੀਕ ਹੈ ਜੀ, ਚਲੋ ਤੁਹਾਡੇ ਤੇ ਐਡੀ ਕੋਈ ਸ਼ੱਕ ਨਹੀਂ ਸੀ, ਪਰ ਚਲੋ। ਹਾਂਜੀ ਜਗਜੀਤ ਕੌਰ ਜੀ, ਤੁਸੀਂ ਵੀ ਆਪਣੀ ਲੈਂਗੁਏਜ ਚ ਕਰ ਲਿਓ, ਇਹਨਾਂ ਦੀ ਸਹੇਲੀ ਰਹਿਣ ਦਿਓ ਐਤਕੀ। ਨਹੀਂ, ਮੈਂ ਤਾਂ ਗੂਗਲ ਵਿੱਚ ਦੇਖਿਆ, ਉੱਥੇ ਮਤਲਬ ਹੈਗਾ ਵੇ ਗਿਆਨੀ ਹਜ਼ਾਰਾ ਸਿੰਘ ਦਾ ਹੈਗਾ ਵੇ, ਉਹਦੇ ਚੋਂ ਕੋਸ਼ ਵਿੱਚੋਂ। ਬਸੋਲੇ ਮਤਲਬ ਇੱਕ ਪ੍ਰਕਾਰ ਦਾ ਕੁਹਾੜਾ, ਧਰਤੀ ਗੋਡਣ ਦਾ ਇੱਕ ਹਥਿਆਰ, ਖੁਰਪਾ ਰੰਬਾ ਯਥਾ ਕਾਮ ਕ੍ਰੋਧ ਦੋਏ ਕਰੋ। ਬਸੋਲੇ ਉਹਨਾਂ ਨੇ ਵੀ ਉਹੀ ਤੁਕ ਦਿੱਤੀ ਹੈ। ਹਾਂਜੀ, ਕਾਮ ਕ੍ਰੋਧ ਨਦੀਨ ਦੇ ਕੱਢਣ ਲਈ ਜੱਤ ਤੇ ਖਿਮਾ ਇਹ ਖੁਰਪੇ ਕਰੋ, ਜਾਂ ਕਾਮ ਨੂੰ ਵਾਹਿਗੁਰੂ ਪ੍ਰਾਪਤੀ ਦੀ ਕਾਮਨਾ, ਕ੍ਰੋਧ ਨੂੰ ਵਿਕਾਰਾਂ ਤੋਂ ਨਫ਼ਰਤ ਕਰਨ ਦੇ ਭਾਵ ਵਿੱਚ ਲਾਣਾ, ਮਨ ਨੂੰ ਗੋਡੀ ਕਰਨਾ ਹੈ। ਬਿਲਕੁਲ ਸਮਝ ਆ ਗਈ। ਬਿਲਕੁਲ ਹਾਂਜੀ, ਤੁਸੀਂ ਕੁਹਾੜਾ ਕਿਹਾ ਹੈ ਨਾ, ਸਮਝ ਆ ਗਈ। ਹੋਰ ਹੁੰਦਾ ਕੁਹਾੜਾ ਤੇ ਵੱਢਣੇ ਵਾਲਾ ਹੁੰਦਾ। ਹਾਂਜੀ ਕੋਈ ਨਹੀਂ, ਆਪਾਂ ਹੁਣ ਕਨਫਿਊਜ਼ ਨਹੀਂ ਕਰਨਾ ਭਾਈ ਸਾਹਿਬ, ਕਿਉਂਕਿ ਜਿੱਥੇ ਆਪਾਂ ਟਿਕੇ ਹੋ ਨਾ ਉੱਥੇ ਹੀ ਠੀਕ ਆ। ਅੱਛਾ ਜੀ, ਮੇਰਾ ਖਿਆਲ ਹੁਣ ਇੱਥੇ ਸਮਾਪਤੀ ਹੈ, ਕਿਉਂਕਿ ਹੋਰ ਸਾਡੇ ਨਾਲ ਹੈ ਨਹੀਂ ਕੋਈ ਵੀ ਜੀ। ਤੇ ਸਾਰਿਆਂ ਨੇ ਜਿਨ੍ਹਾਂ ਨੇ ਹਿੱਸਾ ਲਿਆ ਅੱਜ ਦੀ ਕਥਾ ਦੇ ਵਿੱਚ, ਕਨਵਰਸੇਸ਼ਨ ਦੇ ਵਿੱਚ ਵੀ ਸਾਰਾ ਕੁਝ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਗਿਆਨੀ ਜੀ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਤੇ ਆਪਾਂ ਕੱਲ ਨੂੰ ਮੁੜ ਕੇ ਇਸੇ ਕਲਾਸ ਦੇ ਵਿੱਚ ਇਸੇ ਸਮੇਂ 1 ਵਜੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ ਫੇਰ ਆਵਾਂਗੇ ਜੀ। ਖੁਸ਼ ਰਹੋ ਤੇ ਕੱਲ ਨੂੰ ਫੇਰ ਆਇਓ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਤੁਸੀਂ ਆਪਣਾ